ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਕਰਾਂਗੇ ਬ੍ਰੇਕ ਦੀ, ਜੋ ਹੁਣ ਤੱਕ ਪੰਜਾਬ ਦੀਆਂ ਸਰਕਾਰੀ ਵੋਲਵੋ ਬੱਸਾਂ ਦੇ ਉੱਤੇ ਲੱਗ ਜਾਂਦੀ ਸੀ ਜਦੋਂ ਇਹ ਬੱਸਾਂ ਦਿੱਲੀ 에ਅਰਪੋਰਟ ਵਾਲੇ ਪਾਸੇ ਨੂੰ ਜਾਣ ਲੱਗਦੀਆਂ ਸੀ। ਪਰ ਹੁਣ ਬ੍ਰੇਕਾਂ ਹਟ ਚੁੱਕੀਆਂ ਨੇ। ਬੱਸਾਂ ਨਾਨ ਸਟਾਪ ਦਿੱਲੀ 에ਅਰਪੋਰਟ ਵਾਲੇ ਪਾਸੇ ਨੂੰ ਦੌੜਨੀਆਂ ਸ਼ੁਰੂ ਹੋ ਚੁੱਕੀਆਂ ਨੇ। ਪਰ ਹੁਣ ਸਵਾਲ ਹੈ ਕਿ ਆਖਿਰ ਕਿਉਂ ਇੰਨੀ ਦੇਰ ਹੋ ਗਈ, ਕਿਉਂ ਇੰਨੇ ਸਾਲ ਲੱਗ ਗਏ ਕਿ ਰੋਡਵੇਜ਼ ਦੀਆਂ ਸਰਕਾਰੀ ਜਿਹੜੀਆਂ ਲਾਰੀਆਂ ਨੇ ਉਹ 에ਅਰਪੋਰਟ ਤੇ ਪਹੁੰਚੀਆਂ। 에ਅਰਪੋਰਟ ਤੇ ਪਹੁੰਚਦੇ ਇੰਨਾ ਸਮਾਂ ਕਿਉਂ ਲੱਗ ਗਿਆ? ਬ੍ਰੇਕ ਲੱਗੀ ਕਿੱਥੇ ਹੋਈ ਸੀ? ਕੀ ਇਹ ਬ੍ਰੇਕ ਇੱਛਾ ਸ਼ਕਤੀ ਵਾਲੀ ਸੀ, ਯਾਨੀ ਕਿ ਕਿਸੇ ਨੇ ਪਹਿਲ ਹੀ ਨਹੀਂ ਕੀਤੀ, ਕੋਈ ਕੋਸ਼ਿਸ਼ ਨਹੀਂ ਕੀਤੀ ਗਈ? ਹਾਲਾਂਕਿ ਰਾਜਾ ਵੜਿੰਗ ਜਦੋਂ ਟਰਾਂਸਪੋਰਟ ਮੰਤਰੀ ਸੀ ਤਾਂ ਉਸ ਸਮੇਂ ਉਹਨਾਂ ਨੇ ਜ਼ਰੂਰ ਕੋਸ਼ਿਸ਼ ਕੀਤੀ, ਪਰ ਸਿਰੇ ਚੜਿਆ ਨਹੀਂ। ਇਹ ਕੋਸ਼ਿਸ਼ ਦੀ ਕਮੀ ਸੀ ਜਾਂ ਫਿਰ ਇਹ ਬ੍ਰੇਕ ਦਿੱਲੀ ਦੇ ਪ੍ਰਸ਼ਾਸਨਿਕ ਪੱਧਰ ਦੇ ਉੱਤੇ ਲੱਗੀ ਹੋਈ ਸੀ ਜੋ ਹੁਣ ਹਟ ਗਈ ਤੇ ਬੱਸਾਂ 에ਅਰਪੋਰਟ ਵਾਲੇ ਪਾਸੇ ਜਾਣ ਲੱਗ ਗਈਆਂ? ਖੈਰ, ਪੰਜਾਬ ਦੇ ਲੋਕਾਂ ਦੇ ਲਈ ਇੱਕ ਰਾਹਤ ਵਾਲੀ ਗੱਲ ਤਾਂ ਜ਼ਰੂਰ ਹੈ ਕਿ ਹੁਣ ਅੰਮ੍ਰਿਤਸਰ ਤੋਂ, ਲੁਧਿਆਣਾ ਤੋਂ, ਜਲੰਧਰ ਤੋਂ, ਹੁਸ਼ਿਆਰਪੁਰ ਤੋਂ, ਚੰਡੀਗੜ੍ਹ ਤੋਂ, ਹੋਰ ਵੱਡੇ ਸ਼ਹਿਰਾਂ ਤੋਂ ਸਿੱਧੀਆਂ 에ਅਰਪੋਰਟ ਤੱਕ ਬੱਸਾਂ ਮਿਲਣਗੀਆਂ। ਖੈਰ, ਹੁਣ ਬੱਸਾਂ 에ਅਰਪੋਰਟ ਵਾਲੇ ਪਾਸੇ ਨੂੰ ਜਾਣ ਲੱਗ ਗਈਆਂ ਨੇ। ਪਰ ਅੱਜ ਦੀ ਚਰਚਾ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕਿ ਆਖਿਰ ਇਹ ਬ੍ਰੇਕ ਲੱਗੀ ਕਿੱਥੇ ਹੋਈ ਸੀ। ਬ੍ਰੇਕ ਵਾਕਈ ਹੀ ਜਿਹੜੀ ਸਰਕਾਰੀ ਪੱਧਰ ਦੇ ਉੱਤੇ ਸੀ ਜਾਂ ਫਿਰ ਐਡਮਿਨਿਸਟ੍ਰੇਸ਼ਨ ਦੇ ਪੱਧਰ ਦੇ ਉੱਤੇ ਸੀ? ਕਿੱਥੇ ਸੀ ਬ੍ਰੇਕ? ਅੱਜ ਜ਼ਿਕਰ ਇਸ ਦਾ। ਹੁਣ ਪੰਜਾਬ ਤੋਂ ਦਿੱਲੀ 에ਅਰਪੋਰਟ ਤੱਕ ਪਹੁੰਚਣਾ ਸਸਤਾ ਤੇ ਆਸਾਨ ਹੋ ਚੁੱਕਾ ਹੈ, ਕਿਉਂਕਿ ਪੰਜਾਬ ਤੋਂ ਦਿੱਲੀ 에ਅਰਪੋਰਟ ਤੱਕ ਸਿੱਧੀ ਸਰਕਾਰੀ ਬੱਸ ਸਰਵਿਸ ਦੀ ਸ਼ੁਰੂਆਤ ਹੋ ਚੁੱਕੀ ਹੈ। ਸੀਐਮ ਭਗਵੰਤ ਮਾਨ ਤੇ ਕੇਜਰੀਵਾਲ ਖੁਦ ਜਲੰਧਰ ਪਹੁੰਚੇ ਤੇ ਹਰੀ ਝੰਡੀ ਵਿਖਾ ਕੇ ਬੱਸਾਂ ਨੂੰ ਰਵਾਨਾ ਕੀਤਾ ਗਿਆ। ਰੋਡਵੇਜ਼ ਦੀਆਂ ਵੋਲਵੋ ਬੱਸਾਂ ਪੰਜਾਬ ਦੇ ਵੱਡੇ ਸ਼ਹਿਰਾਂ ਤੋਂ ਦਿੱਲੀ 에ਅਰਪੋਰਟ ਤੱਕ ਜਾਣਗੀਆਂ। ਪਠਾਨਕੋਟ, ਅੰਮ੍ਰਿਤਸਰ, ਜਲੰਧਰ ਤੋਂ ਸਿੱਧੀ ਬੱਸ ਸੇਵਾ ਦੀ ਸ਼ੁਰੂਆਤ ਹੋਈ ਹੈ। ਇਸੇ ਤਰ੍ਹਾਂ ਪਟਿਆਲਾ, ਲੁਧਿਆਣਾ ਸਣੇ ਚੰਡੀਗੜ੍ਹ ਤੋਂ ਸਿੱਧੀਆਂ ਬੱਸਾਂ ਦਿੱਲੀ 에ਅਰਪੋਰਟ ਤੱਕ ਜਾਣਗੀਆਂ। ਹੁਣ ਤੁਹਾਨੂੰ ਬੱਸਾਂ ਦੇ ਕਿਰਾਏ ਤੋਂ ਵੀ ਵਾਕਿਫ ਕਰਵਾ ਦਿੰਦੇ ਹਾਂ। ਅੰਮ੍ਰਿਤਸਰ ਤੋਂ ਦਿੱਲੀ ਦਾ ਕਿਰਾਇਆ 1390 ਰੁਪਏ, ਜਲੰਧਰ ਤੋਂ ਦਿੱਲੀ ਦਾ ਕਿਰਾਇਆ 1170 ਰੁਪਏ ਰੱਖਿਆ ਗਿਆ ਤੇ ਲੁਧਿਆਣਾ ਤੋਂ ਦਿੱਲੀ ਦਾ ਕਿਰਾਇਆ 1000 ਰੁਪਏ ਹੋਵੇਗਾ। 6 ਮਹੀਨੇ ਪਹਿਲਾਂ ਬੁਕਿੰਗ ਹੋ ਸਕਦੀ ਹੈ। ਆਨਲਾਈਨ ਬੁਕਿੰਗ ਵੀ ਕਰਵਾਈ ਜਾ ਸਕਦੀ ਹੈ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਪਿਛਲੀਆਂ ਸਰਕਾਰਾਂ ਨੂੰ ਨਿਸ਼ਾਨੇ ਤੇ ਲਿਆ ਤੇ ਹੁਣ ਤੱਕ 에ਅਰਪੋਰਟ ਦੇ ਲਈ ਬੱਸਾਂ ਨਾ ਚੱਲਣ ਤੇ ਜ਼ਿੰਮੇਵਾਰ ਠਹਿਰਾਇਆ। अब पंजाब के अंदर ईमानदार सरकार है, ईमानदार पार्टी की सरकार है, ईमानदार नेतृत्व की सरकार है। जो काम वो इतने सालों में नहीं कर पाए, हमने 3 महीने के अंदर कर दिया। 3 महीने के अंदर क्या बदला? अफसर भी वही, अधिकारी भी वही, सिस्टम भी वही, ऊपर के नेता बदल गए, सरकार बदल गई, ईमानदार सरकार आ गई, इसलिए लोगों को सहूलियतें मिलने लग गई। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਘੱਟ ਕਿਰਾਏ ਦੇ ਵਿੱਚ ਵਧੀਆ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ ਤੇ ਮਾਫੀਆ ਵਾਲੀਆਂ ਬੱਸਾਂ ਦੇ ਨਾਲੋਂ ਵੱਧ ਸਹੂਲਤਾਂ ਹੁਣ ਘੱਟ ਪੈਸਿਆਂ ਦੇ ਵਿੱਚ ਮਿਲਣਗੀਆਂ। ਹੁਣ ਦਿੱਲੀ 에ਅਰਪੋਰਟ ਨੂੰ ਸਿੱਧੀਆਂ ਬੱਸਾਂ ਜਾਣਗੀਆਂ। ਇੱਕ ਤੁਰ ਗਈ, ਦੂਜੀ 2 ਵਜੇ ਸਟਾਰਟ ਖੜੀ ਹੈ, 55 ਬੱਸਾਂ ਤੁਰ ਗਈਆਂ। ਉਧਰ ਯਾਤਰੀ ਵੀ ਬੱਸਾਂ ਦੀ ਸ਼ੁਰੂਆਤ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆਏ। ਲੋਕ ਹੈਗੇ ਜਿਹੜੇ ਪੈਸੇਂਜਰ ਹੈਗੇ ਇਸ ਬੱਸ ਦੇ ਵਿੱਚ ਸਫ਼ਰ ਕਰ ਰਹੇ ਨੇ, ਜਲੰਧਰ ਤੋਂ ਦਿੱਲੀ ਵੱਲ ਨੂੰ ਜਾ ਰਹੇ, ਉਹਨਾਂ ਦਾ ਸਾਫ਼-ਸਾਫ਼ ਕਹਿਣਾ ਹੈ ਵੀ ਜਿਹੜਾ ਕਿਰਾਇਆ ਹੈਗਾ ਉਹ ਵੀ ਸਫੀਸ਼ੀਐਂਟ ਹੈਗਾ ਔਰ ਨਾਲ ਦੀ ਨਾਲ ਜਿਹੜੀਆਂ ਸਹੂਲਤਾਂ ਹੈਗੀਆਂ, ਵੈਲ ਐਜੂਕੇਟਿਡ ਜਿਹੜਾ ਸਟਾਫ ਹੈਗਾ ਬੱਸ ਦੇ ਵਿੱਚ ਉਹ ਮੁਹੱਈਆ ਕਰਵਾਇਆ ਗਿਆ ਪੰਜਾਬ ਸਰਕਾਰ ਵੱਲੋਂ। ਉਧਰ ਕਾਂਗਰਸ ਦਾ ਕਹਿਣਾ ਹੈ ਕਿ ਬੱਸਾਂ ਪਹਿਲਾਂ ਕੇਜਰੀਵਾਲ ਨੇ ਰੋਕੀਆਂ ਸਨ, ਜਦਕਿ ਬੀਜੇਪੀ ਦਾ ਕਹਿਣਾ ਹੈ ਕਿ ਬੱਸਾਂ ਚਲਾਉਣ ਦੇ ਨਾਲ ਮਾਫੀਆ ਖਤਮ ਨਹੀਂ ਹੋਵੇਗਾ। ਦੱਸੋ ਕੇਜਰੀਵਾਲ ਸਾਹਿਬ, 5 ਸਾਲ ਰੋਕਿਆ ਕਿਹਨੇ ਸੀ ਇਹਨਾਂ ਬੱਸਾਂ ਨੂੰ? 5 ਸਾਲ ਤੁਸੀਂ ਰੋਕ ਕੇ ਅੱਜ ਤੁਸੀਂ ਕਹਿੰਦੇ ਫਿਰਦੇ ਹੋ ਕਿ ਤੁਹਾਡੀ ਸਰਕਾਰ ਨੇ ਸ਼ੁਰੂ ਕੀਤਾ। 5 ਸਾਲ ਜੇ ਪੰਜਾਬ ਦੀਆਂ ਬੱਸਾਂ ਉੱਥੇ ਐਂਟਰ ਨਹੀਂ ਹੋਈਆਂ ਤੇ ਕਿੰਨੇ ਨਹੀਂ ਹੋਣ ਦਿੱਤੀਆਂ? ਅਰਵਿੰਦ ਕੇਜਰੀਵਾਲ 100 दिन बाद घोषणा भी की। पहले कहते सी ट्रांसपोर्ट माफिया खत्म करांगे, बस चलाना ट्रांसपोर्ट माफिया खत्म हो रहा। रेता माफिया खत्म करांगे, हज तक रेते का कुछ नहीं बनया। खनन माफिया खत्म करांगे, केबल माफिया खत्म करांगे, शराब माफिया खत्म, कोई माफिया करे खत्म तन दिस रहा। ਸੋ ਸਰਕਾਰੀ ਬੱਸਾਂ ਦੀ ਸ਼ੁਰੂਆਤ ਦੇ ਨਾਲ ਪੰਜਾਬ ਤੋਂ ਦਿੱਲੀ 에ਅਰਪੋਰਟ ਜਾਣਾ ਤੇ ਦਿੱਲੀ ਤੋਂ ਵਾਪਸ ਪੰਜਾਬ ਆਉਣ ਦੇ ਵਿੱਚ ਕਾਫੀ ਆਸਾਨੀ ਹੋਵੇਗੀ। ਹਾਲਾਂਕਿ ਰਾਜਾ ਵੜਿੰਗ ਦੇ ਟਰਾਂਸਪੋਰਟ ਮੰਤਰੀ ਹੁੰਦਿਆਂ ਬੱਸਾਂ ਚਲਾਉਣ ਦੀਆਂ ਕੋਸ਼ਿਸ਼ਾਂ ਜ਼ਰੂਰ ਹੋਈਆਂ, ਪਰ ਬੱਸਾਂ ਨੂੰ ਹਰੀ ਝੰਡੀ ਨਹੀਂ ਮਿਲ ਸਕੀ ਸੀ। ਜਲੰਧਰ ਤੋਂ ਸੁਰਿੰਦਰ ਕੰਬੋਜ, ਨਿਊਜ਼ 18 ਪੰਜਾਬ।
ਤਾਂ ਕਿੱਥੇ ਲੱਗੀ ਹੋਈ ਸੀ ਬ੍ਰੇਕ, ਇਹ ਸਭ ਤੋਂ ਵੱਡਾ ਸਵਾਲ ਹੈ। ਇਸ ਦੇ ਉੱਤੇ ਅੱਜ ਗੱਲਬਾਤ ਕਰਾਂਗੇ ਕਿਉਂਕਿ ਦਾਅਵੇ ਹੋ ਰਹੇ ਨੇ ਕਿ ਬੱਸਾਂ ਚਲਾ ਦਿੱਤੀਆਂ ਗਈਆਂ ਨੇ ਔਰ ਪਹਿਲਾਂ ਦੀਆਂ ਸਰਕਾਰਾਂ ਤੋਂ ਨਹੀਂ ਹੋਇਆ। ਮੈਂ ਸ਼ੁਰੂਆਤ ਕਰਦਾ ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਵਾਂਗੇ ਅੱਜ ਦੇ ਮਹਿਮਾਨਾਂ ਦੇ ਨਾਲ। ਜਿਹੜੇ ਮਹਿਮਾਨ ਅੱਜ ਸਾਡੇ ਨਾਲ ਜੁੜ ਰਹੇ ਨੇ, ਇਸ ਚਰਚਾ ਦੇ ਵਿੱਚ ਸ਼ਾਮਲ ਹੋ ਰਹੇ ਨੇ। ਸਾਡੇ ਨਾਲ ਡਾਕਟਰ ਸਨੀ ਅਹਲੂਵਾਲੀਆ ਜੀ ਜੁੜ ਰਹੇ ਨੇ ਜੋ ਕਿ ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਸਰ ਬਹੁਤ ਬਹੁਤ ਸਵਾਗਤ ਹੈ। ਅਮਿਤ ਬਾਵਾ ਜੀ ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਬਾਵਾ ਜੀ ਤੁਹਾਡਾ ਸਵਾਗਤ ਹੈ। ਇਸ ਦੇ ਨਾਲ ਹੀ ਸਾਡੇ ਨਾਲ ਜੈਬੰਸ਼ ਜੀ ਜੁੜ ਰਹੇ ਨੇ ਜੋ ਕਿ ਰਿਪਰੈਜ਼ੈਂਟ ਕਰਨਗੇ ਭਾਰਤੀ ਜਨਤਾ ਪਾਰਟੀ ਨੂੰ। ਜੈਬੰਸ਼ ਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਤੇ ਇਸ ਦੇ ਨਾਲ ਹੀ ਸਾਡੇ ਨਾਲ ਹਰਜੀਤ ਭੁੱਲਰ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਭੁੱਲਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਮੈਂ ਸ਼ੁਰੂਆਤ ਕਰਦਾ ਸਨੀ ਅਹਲੂਵਾਲੀਆ ਜੀ ਤੁਹਾਡੇ ਤੋਂ। ਸਿੱਧਾ ਜਿਹਾ ਸਵਾਲ, ਬ੍ਰੇਕ ਕਿੱਥੇ ਲੱਗੀ ਹੋਈ ਸੀ? ਲੋਕ ਜਾਣਨਾ ਚਾਹੁੰਦੇ ਨੇ ਕਿ ਜਿਹੜੀਆਂ ਬੱਸਾਂ ਅੱਜ ਚੱਲੀਆਂ ਨੇ ਹੁਣ ਤੱਕ ਕਿਉਂ ਨਹੀਂ ਚੱਲੀਆਂ ਸੀ? ਸਰਕਾਰ ਦੇ ਨਜ਼ਰੀਏ ਤੋਂ ਇਹ ਬ੍ਰੇਕ ਕਿੱਥੇ ਲੱਗੀ ਹੋਈ ਸੀ? ਬ੍ਰੇਕ ਤਾਂ ਬੜੀ ਕਲੀਅਰ ਹੈਗੀ ਆ ਕਿ ਸਰਕਾਰਾਂ ਚਾਹੁੰਦੀਆਂ ਹੀ ਨਹੀਂ ਸੀਗੀਆਂ ਕਿ ਸਰਕਾਰੀ ਬੱਸਾਂ ਦਿੱਲੀ ਜਾਣ, 에ਅਰਪੋਰਟ ਤੱਕ ਪਹੁੰਚਣ, ਲਗਜ਼ਰੀ ਬੱਸਾਂ ਚਲਾਣਗੇ ਤੇ ਨੁਕਸਾਨ ਕਿਹਨੂੰ ਹੋਣਾ ਸੀ? ਜਿਨ੍ਹਾਂ ਨੂੰ ਨੁਕਸਾਨ ਹੋਣਾ ਸੀ ਉਹਨਾਂ ਕਰਕੇ ਬ੍ਰੇਕ ਲੱਗੀ ਹੋਈ ਸੀ। ਉਹ ਨੁਕਸਾਨ ਉਹਨਾਂ ਨੂੰ ਹੋਣਾ ਸੀਗਾ, ਇਸ ਕਰਕੇ ਕਾਂਗਰਸ ਗੱਲਾਂ ਕਰਦੀ ਹੈ ਇੰਨੀ ਵੱਡੀਆਂ ਵੱਡੀਆਂ। ਅਸੀਂ ਮੰਨਦੇ ਹਾਂ ਵੀ ਅਕਾਲੀ ਦਲ ਨੇ ਇਸ ਲਈ ਨਹੀਂ ਚਲਾਈਆਂ ਵੀ ਉਹਨਾਂ ਦਾ ਇੰਡੋ ਕੈਨੇਡੀਅਨ ਸਿਸਟਮ ਸਾਰਾ ਫੇਲ ਹੋ ਜਾਣਾ ਸੀਗਾ, ਪਰ ਕਾਂਗਰਸ ਨੇ ਕਿਉਂ ਨਹੀਂ ਬੱਸਾਂ ਚਲਾਈਆਂ? ਇਹਦਾ ਮੈਸੇਜ ਬੜਾ ਕਲੀਅਰ ਹੈ ਕਿ ਜਿਹੜੀ ਇਹਨਾਂ ਦੀ ਆਪਸ 'ਚ ਉਹ ਕਹਿੰਦੇ ਨੇ 60-40 40-60 ਬਾਰ-ਬਾਰ ਸਾਰੇ ਇਹਨਾਂ ਦੇ ਐਮਐਲਏ ਮੰਤਰੀ ਸਿੱਧੂ ਸਾਹਿਬ ਵੀ ਬੋਲਦੇ ਰਹੇ ਬੜੇ ਕਲੀਅਰਲੀ, ਉਹ ਗੱਲ ਬਿਲਕੁਲ ਕਲੀਅਰ ਹੋ ਗਈ ਸੀਗੀ। ਰਾਜਾ ਵੜਿੰਗ ਜੀ ਇਹ ਕਹਿੰਦੇ ਨੇ ਮੈਂ ਬੱਸਾਂ ਚਲਾਉਣਾ ਚਾਹੁੰਦਾ। ਅਗਰ ਇਹ ਰਾਜਨੀਤੀ ਨਾ ਕਰਦੇ ਅੱਜ ਮਿਠਾਈ ਦਾ ਡੱਬਾ ਲੈ ਕੇ ਜਾਂਦੇ ਜਲੰਧਰ ਔਰ ਜਾ ਕੇ ਕਹਿੰਦੇ ਥੈਂਕ ਯੂ ਜੀ ਤੁਸੀਂ ਪੰਜਾਬ ਲਈ ਬੱਸਾਂ ਚਲਾਤੀਆਂ। ਗੱਲਾਂ ਕਰਦੇ ਇੰਨੀਆਂ ਵੱਡੀਆਂ ਵੱਡੀਆਂ, ਕਰਨਾ ਕੋਈ ਨਹੀਂ। ਇਹ ਸਾਰਾ ਸਿਸਟਮ ਜਿਹੜਾ ਕੋਲੈਪਸ ਇਸ ਲਈ ਹੋਇਆ ਹੈ ਕਿ ਕੋਈ ਪ੍ਰਾਈਵੇਟ ਪਲੇਅਰਸ ਨੂੰ ਬੈਨੀਫਿਟ ਦੇਣਾ ਚਾਹੁੰਦੇ ਸੀ। ਹੁਣ ਤੁਸੀਂ ਅੱਜ ਪੰਜਾਬ ਦੇ ਕਿਸੇ ਮਰਜ਼ੀ ਇਲਾਕੇ ਚਲੇ ਜਾਓ, ਦੇਖੋ ਕਿਵੇਂ ਪਨ ਬੱਸ ਕਿਵੇਂ ਪੰਜਾਬ ਰੋਡਵੇਜ਼ ਭੱਜੀਆਂ ਫਿਰਦੀਆਂ। ਇਹਨਾਂ ਦੇ ਟਾਈਮ ਤੇ ਪ੍ਰਾਈਵੇਟ ਬੱਸਾਂ ਹੀ ਦਿਖਦੇ ਨੇ, ਜਿਹੜੇ ਮਰਜ਼ੀ ਜਗ੍ਹਾ ਤੇ ਚਲੇ ਜਾਓ ਪ੍ਰਾਈਵੇਟ। ਇਹਨਾਂ ਮੈਸੇਜ ਕਲੀਅਰ ਸੀਗਾ ਕਿ ਮਾਫੀਆ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਆਂਦੇ ਮਾਫੀਆ ਖਤਮ ਕਰਨਾ ਸ਼ੁਰੂ ਕਰਤਾ। ਮੈਂ ਸੁਣਦਾ ਪਿਆ ਸੀਗਾ ਤੁਹਾਡੇ ਹੁਣੇ ਚੈਨਲ ਤੇ ਕਿ ਬੀਜੇਪੀ ਵਾਲੇ ਕਹਿ ਰਹੇ ਇਹਦੇ ਨਾਲ ਮਾਫੀਆ ਕਿਵੇਂ ਖਤਮ ਹੁੰਦਾ ਹੈ। ਮਾਫੀਆ ਖਤਮ ਕਰਨ ਦੇ ਤਰੀਕੇ ਇਹ ਨਹੀਂ ਹੈ। ਮਤਲਬ ਤੁਸੀਂ ਸਰ ਇਹ ਕਹਿ ਰਹੇ ਹੋ ਅਹਲੂਵਾਲੀਆ, ਤੁਸੀਂ ਕਹਿ ਰਹੇ ਹੋ ਕਿ ਜਿਹੜੀ ਆਪਣੇ ਆਪ ਖਤਮ ਹੋ ਜਾਏਗਾ। ਤੁਸੀਂ ਕਹਿ ਰਹੇ ਹੋ ਕਿ ਮਾਫੀਆ ਨੂੰ ਪ੍ਰੋਟੈਕਟ ਕਰ ਰਹੇ ਸੀ ਹੁਣ ਤੱਕ, ਇਸ ਕਰਕੇ ਬੱਸਾਂ ਨਹੀਂ ਚੱਲੀਆਂ। ਕਲੀਅਰ ਹੈ, ਤੁਸੀਂ ਇਹ ਪੁਆਇੰਟ ਕਹਿ ਰਹੇ ਹੋ। ਪਰ ਇਸ ਤੋਂ ਬਾਅਦ ਇਹ ਗੱਲ ਬਿਲਕੁਲ ਕਲੀਅਰ ਹੈ ਜੀ, ਇਹ ਲੋਕ ਪ੍ਰੋਟੈਕਟ ਕਰ ਰਹੇ ਸੀ ਮਾਫੀਆ ਨੂੰ, ਇਹ ਲੋਕ ਪ੍ਰਮੋਟ ਕਰ ਰਹੇ ਸੀਗੇ, ਇਸ ਕਰਕੇ ਸਰਕਾਰੀ ਬੱਸਾਂ ਅੱਜ ਤੱਕ ਉੱਥੇ ਨਹੀਂ ਗਈ। ਠੀਕ ਹੈ, ਇਹ ਕਾਂਗਰਸ ਵਾਲੇ ਸਵਾਲ ਪੁੱਛਣਗੇ, ਮੈਂ ਉਸ ਤੋਂ ਪਹਿਲਾਂ ਹੀ ਪੁੱਛ ਲਵਾਂ। ਰਾਜਾ ਵੜਿੰਗ ਕਹਿੰਦੇ ਮੈਂ ਬਹੁਤ ਕੋਸ਼ਿਸ਼ ਕੀਤੀ, ਦਿੱਲੀ ਦੇ ਵੀ ਚੱਕਰ ਲਗਾਏ, ਧਰਨਾ ਵੀ ਉਹਨਾਂ ਨੇ ਲਗਾ ਦਿੱਤਾ ਸੀ। ਨਹੀਂ, ਇੱਕ ਗੱਲ ਦੱਸੋ, ਤੁਸੀਂ ਮੈਨੂੰ ਕਹੀ ਜਾਓ ਕਿ ਜੀ ਡਿਬੇਟ ਤੇ ਬਹਿ ਜਾਓ ਤੇ ਮੈਨੂੰ ਲਿੰਕ ਭੇਜੋ ਹੀ ਨਾ। ਇਸ ਲਈ ਇਹ ਜਿਹੜੇ ਰਾਜਾ ਵੜਿੰਗ ਸਾਹਿਬ ਨੇ ਇਹ ਤਾਂ ਬਹੁਤ ਵੱਡੇ ਇੱਕ ਤਰ੍ਹਾਂ ਦੇ ਫਿਲਾਸਫਰ ਟਾਈਪ ਬੰਦੇ ਨੇ ਜਿਹੜੇ ਪ੍ਰੈਕਟੀਕਲ ਕਰਨ 'ਚ ਬਲੀਵ ਨਹੀਂ ਕਰਦੇ। ਇਹਨਾਂ ਨੂੰ ਇਹ ਪੁੱਛੋ ਵੀ ਕਿਹੜੀ ਚਿੱਠੀ ਕਿਵੇਂ ਦੇਈਦੀ ਹੈ ਜਾ ਕੇ। ਠੀਕ ਹੈ, ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੀ ਕਾਗਜ਼ੀ ਕਾਰਵਾਈ ਆ ਉਹ ਸ਼ੁਰੂ ਹੀ ਨਹੀਂ ਕੀਤੀ ਗਈ, ਸਿਰਫ ਗੱਲਾਂ ਸੀ। ਕਰਦੇ ਹੀ ਨਹੀਂ, ਇਹ ਤੇ ਪ੍ਰੋਟੈਕਟ ਕਰਦੇ ਰਹੇ ਆ। ਇੱਕ ਗੱਲ ਦੇਖੋ, ਕਿੰਨੇ ਸਾਲਾਂ ਤੋਂ ਇਹਨਾਂ ਤੋਂ ਬੱਸ ਨਹੀਂ ਚੱਲੀ, 3 ਮਹੀਨੇ 'ਚ ਭਗਵੰਤ ਸਿੰਘ ਮਾਨ ਜੀ ਨੇ ਕਿਵੇਂ ਆ ਕੇ ਬੱਸ ਚਲਾਤੀ? ਇਹ ਤੇ ਸਵਾਲ ਹੈ, ਇਹਦਾ ਜਵਾਬ ਪੰਜਾਬ ਦੇ ਲੋਕੀ ਦੇਣਗੇ। ਅਸੀਂ ਸਾਨੂੰ ਕਹਿਣਗੇ ਇੱਕ ਗੱਲ ਸੋ ਇਸ ਰੇਟ ਦੇ ਅੰਦਰ ਪੰਜਾਬ ਤੋਂ ਦਿੱਲੀ ਬੱਸਾਂ ਜਾ ਰਹੀਆਂ ਨੇ, ਇਹਨਾਂ ਨੇ ਕਿਉਂ ਨਹੀਂ ਚਲਾਈਆਂ? ਇਹ ਗੱਲਾਂ ਸਿਰਫ ਇਹ ਕਰਦੇ ਜੀ ਦਿੱਲੀ ਵਾਲੇ ਨਹੀਂ ਚੱਲਣ ਦਿੰਦੇ। ਉਹ ਭਾਈ ਪ੍ਰੋਪਰ ਕਾਗਜ਼ ਸਿਸਟਮ ਨੂੰ ਤੁਸੀਂ ਬਣਾਉਣਾ ਹੀ ਨਹੀਂ ਚਾਹੁੰਦੇ ਸੀਗੇ, ਇਸ ਕਰਕੇ ਬਾਰ-ਬਾਰ ਬਹਾਨੇ ਨਾ ਮਾਰੋ। ਅੱਜ ਆਮ ਆਦਮੀ ਪਾਰਟੀ ਨੇ ਇੱਕ ਹੋਰ ਮਾਫੀਆ ਦੇ ਉੱਤੇ ਐਂਡ ਕਰਤਾ, ਇੱਕ ਤਰ੍ਹਾਂ ਦਾ ਸਿਸਟਮ ਨੂੰ ਕੋਲੈਪਸ ਜਿਹੜਾ ਇਹਨਾਂ ਨੇ ਕੀਤਾ ਹੋਇਆ ਸੀ ਸਿਸਟਮ ਨੂੰ, ਉਹਨੂੰ ਖੜਾ ਕਰਤਾ ਜੀ। ਠੀਕ ਹੈ ਸਰ, ਤੁਹਾਡੀ ਗੱਲ ਪੂਰੀ ਆਈ ਹੈ। ਮੈਂ ਕੋਸ਼ਿਸ਼ ਕਰਾਂਗਾ ਕਿ ਬਾਕੀ ਪਾਰਟੀਆਂ ਦੀ ਵੀ ਗੱਲ ਆਪਾਂ ਲੈ ਸਕੀਏ, ਸਵਾਲ ਹੋਣਗੇ ਉਹਨਾਂ ਦਾ ਵੀ ਤੁਸੀਂ ਜਵਾਬ ਦੇ ਸਕੋ। ਅਮਿਤ ਬਾਵਾ ਜੀ, ਮੈਂ ਸ਼ੁਰੂਆਤ ਇੱਥੋਂ ਹੀ ਕਰ ਰਿਹਾ ਕਿ ਬ੍ਰੇਕ ਲੱਗੀ ਹੋਈ ਸੀ, ਹੁਣ ਤੱਕ ਦੇਖੋ ਸਰਕਾਰ ਬਦਲੀ ਹੈ ਤੇ ਦਾਅਵਾ ਕਰ ਰਹੇ ਨੇ ਅਸੀਂ 3 ਮਹੀਨਿਆਂ 'ਚ ਕਰ ਦਿੱਤਾ, ਜਿਹੜਾ ਹੁਣ ਤੱਕ ਸਰਕਾਰਾਂ ਨਹੀਂ ਕਰ ਸਕੀਆਂ। ਔਰ ਲੋਕ ਵੀ ਜਾਣਨਾ ਚਾਹੁੰਦੇ ਨੇ ਕਿ ਪਿਛਲੇ ਸਮੇਂ ਦੇ ਵਿੱਚ ਕਿਉਂ ਨਹੀਂ ਜਾ ਰਹੀਆਂ ਸੀ ਬੱਸਾਂ? ਜੇ ਹਰਿਆਣਾ ਵਾਲੀ ਬੱਸ ਉੱਥੇ ਜਾ ਸਕਦੀ ਹੈ ਜਾਂ ਫਿਰ ਜੇ ਕੋਈ ਪ੍ਰਾਈਵੇਟ ਬੱਸ ਉੱਥੇ ਜਾ ਸਕਦੀ ਹੈ ਦਿੱਲੀ 에ਅਰਪੋਰਟ ਤੱਕ, ਤਾਂ ਪੰਜਾਬ ਵਾਲੀਆਂ ਸਰਕਾਰੀ ਬੱਸਾਂ ਦੀ ਬ੍ਰੇਕ ਕਿਉਂ ਲੱਗੀ ਹੋਈ ਸੀ? ਅਮਿਤ ਬਾਵਾ ਜੀ, ਚਲੋ ਲੱਗ ਰਿਹਾ ਬਾਬਾ ਜੀ ਤੱਕ ਮੇਰੀ ਆਵਾਜ਼ ਨਹੀਂ ਪਹੁੰਚ ਰਹੀ ਔਰ ਕੁਝ ਹੀ ਪਲਾਂ ਦੇ ਵਿੱਚ ਦੁਬਾਰਾ ਸਾਡੇ ਨਾਲ ਜੁੜਨਗੇ ਔਰ ਹਰਜੀਤ ਭੁੱਲਰ ਜੀ ਵੀ ਜੁੜੇ ਹੋਏ ਨੇ, ਜੈਬੰਸ਼ ਜੀ ਵੀ ਜੁੜੇ ਹੋਏ ਨੇ। ਜੈਬੰਸ਼ ਜੀ, ਦਾਅਵਿਆਂ 'ਚ ਦਮ ਨਜ਼ਰ ਆ ਰਿਹਾ ਕਿਉਂਕਿ ਅਕਾਲੀ ਭਾਜਪਾ ਸਰਕਾਰ ਰਹੀ ਹੈ ਪੰਜਾਬ ਦੇ ਵਿੱਚ, ਉਹ ਤੁਹਾਨੂੰ ਵੀ ਕਟਹਿਰੇ ਦੇ ਵਿੱਚ ਖੜਾ ਕਰ ਰਹੇ ਨੇ ਕਿ ਸਾਬਕਾ ਸਰਕਾਰਾਂ ਨੇ ਕੋਸ਼ਿਸ਼ ਨਹੀਂ ਕੀਤੀ, ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਨਿੱਜੀ ਮਫਾਦ ਧਿਆਨ ਦੇ ਵਿੱਚ ਸੀ, ਇਸ ਕਰਕੇ ਕਿਸੇ ਨੇ ਜ਼ੋਰ ਹੀ ਨਹੀਂ ਦਿੱਤਾ ਕਿ ਬੱਸਾਂ ਨੂੰ 에ਅਰਪੋਰਟ ਤੱਕ ਭੇਜ ਦਿੱਤਾ ਜਾਵੇ।
गौरव जी, मैं एक थोड़ा जिहा किस्सा ਤੁਹਾਨੂੰ ਸੁਣਾਣਾ। ਇੱਕ ਜੰਮੂ ਕਸ਼ਮੀਰ ਦਾ ਵਾਕਿਆ ਹੈ ਕਿ ਮੈਂ ਇੱਕ ਉੱਥੋਂ ਦੇ ਲੀਡਰ ਨੂੰ ਪੁੱਛਿਆ ਸੀਗਾ, ਮੁਸਲਿਮ ਲੀਡਰ ਨੂੰ, ਕਿ ਅੱਜ ਕੱਲ ਪਾਕਿਸਤਾਨ ਆਕੂਪਾਈਡ ਕਸ਼ਮੀਰ 'ਚ ਨਵੀਂ ਸਰਕਾਰ ਬਣ ਗਈ ਹੈ ਤੇ ਤੁਸੀਂ ਬੜੇ ਖੁਸ਼ ਹੋ ਗਏ ਕਿ कैसे तरीके की सरकार ਉੱਥੇ चलेगी। कहता उनका क्या है, वहां तो अगर एक गौशाला, एक डेयरी फार्म खुलता है तो मिनिस्टर आ जाता है उसको इनॉग्रेट करने के लिए। आज मैं वही चीज इत्थे देख रहा, 4 बसां की चलातियां, उथों दी दे अरविंद केजरीवाल आके एडे छाती फैला फैला के केजरीवाल जी कही जा रहे ने बसां चलाती है। केड़ा बड़ा काम कर देता बसां चला के। कोई नवा एयरपोर्ट बनाया हुंदा, कोई एयर फेरी सर्विस शुरू कीती हुंदी, कोई होर ऐसा कोई बड़ा सिस्टम कीता हुंदा। पटियाले दे एयरपोर्ट दे विच छोटे डॉडियर एयरक्राफ्ट आ सकदे ने, उन्हां नूं लैके आए हुंदे ते मैं कहंदा कि बड़ा वड्डा कोई इन्हां ने कोई काम कीता है। बसां 4 चला के किहड़ा वड्डा काम कर दिता। दूसरा मैं तुहानूं इह दस दवां कि जदों ये बसां बंद होईयां सी, जदों चलदियां सी, उदों मैं दिल्ली तो आंदा हुंदा सीगा इन्हां बसां दे विच कई वार, बिकॉज मैं बसंत कुंज रहिंदा सी ते जदों ये बसां बंद होईयां ने ते ये केजरीवाल गवर्नमेंट ने ही उत्थे बंद कराईयां ते बंद कराउण दा रीजन सीगा पोल्यूशन। कहते सीगे कि एडियां बसां इत्थे आंदियां ने, एक ते इत्थे आके गलत टाइम दे उत्ते आंदियां ने, ट्रैफिक च फसदियां ने, पोल्यूशन हो जांदी है। हुण मैनूं इह दस्सन कि ਜਿਹੜੀਆਂ ਇਹਨਾਂ ਨੇ ਇੱਥੇ ਬੱਸਾਂ ਬਣਾਈਆਂ ਨੇ ਉਹ सीएनजी ने कि दूसरियां ने, ਹੁਣ ਉਹ पोल्यूशन कित्थे गई। मतलब ਤੁਸੀਂ ਇਹ ਕਹਿ ਰਹੇ ਹੋ ਕਿ ਪਹਿਲਾਂ 에ਅਰਪੋਰਟ ਤੱਕ ਬੱਸਾਂ ਜਾਂਦੀਆਂ ਸੀ, ਪਰ ਜਦੋਂ ਦਿੱਲੀ 'ਚ ਸਰਕਾਰ ਬਦਲੀ ਤਾਂ ਉਦੋਂ ਬੱਸਾਂ ਉੱਥੇ ਜਾਣੀਆਂ ਬੰਦ ਕਰ ਦਿੱਤੀਆਂ ਗਈਆਂ, ਉਹਨਾਂ ਤੇ ਰੋਕ ਲਗਾ ਦਿੱਤੀ ਗਈ। ਹਾਂ, पोल्यूशन ਦੇ ਨਾਂ ਤੇ। पोल्यूशन के नाम से। सनी अहलूवालिया जी, जवाब देना चाहोगे? उत्थे पार्किंग दी कोई जगह नहीं सी। हुण मैनूं इह भी नहीं समझ आंदा कि इन्हां ने कोई पार्किंग दी उत्थे जगह बनाई है कि इस सिस्टम की इन्हां ने उत्थे अडॉप्ट कीता है ते चलो ठीक है, बहुत अच्छी गल है, बट इन द सेंस कि हुण तक ते काफी लोकां ने, बिकॉज इन्हां ने रोक दिता सीगा ते लोकां ने अपनी टैक्सी सर्विसेज ते होर तरीके कढ लए सीगे। जिन्ने साडे नौजवान उत्थे टैक्सियां लैके जांदे ने, उन्हां दी भी बेरोजगारी जिहड़ी है ओहदे उत्ते इफेक्ट होएगा। उन्हां दे बारे इन्हां ने सोचिया ही नहीं। ते दूसरा कोई वड्डी काम करो, तुसी आए हो, कोई एयर सर्विस खोलो, एयर फेरी खोलो, हेलीकॉप्टर सिस्टम करो। NRI आंदे ने ओहदे विच, तुसी कोई एक नवा एयरपोर्ट बनाओ, ओहदे वास्ते कुछ करो। ते मैं मन भी लवां कि कोई वड्डी गल कीती है। इह बसां चला के उत्तों दी इत्थे गैंगस्टर वॉर एडी ज्यादा चल रही है, ओहदे उत्तों दी मन हटा के ते चलो ठीक है जी बसां दी गल कर दो, क्योंकि 2-4 दिनां च संगरूर दे विच वोटां पैणीਆਂ ने ते ऐदा करके ते मेरे हिसाब नाल गौरव जी नहीं चलनी इन्हां दी सरकार, मुश्किल है। चलो ठीक है सनी जी, तुसीं थोड़ा इंतजार करियो। अहलूवालिया साहब, मैं तुहाडे कोल आना। हरजीत भुल्लर जी साडे नाल जुड़ चुके ने दोबारा। मैं उन्हां दा रुख करदा हां, श्रोमणी अकाली दल नूं रिप्रजेंट करनगे। भुल्लर साहब, बसां नूं लैके बहुत किंतु परंतु है। इस समय सरकार दावा कर रही है कि देखो असीं एक होर माफिए दा अंत कर दिता, जिन्हां नूं प्रोटैक्ट किया जा रहा सी, जिन्हां नूं प्रमोट किया जा रहा सी और पंजाब दीयां बसां नूं पिछे छड्डिया जा रहा सी, उस माफिए दा अंत कर दिता। हुण डायरैक्ट एयरपोर्ट तक सरकारी बसां, वॉल्वो बसां। देखो गौरव जी, गल इस तरह हैगी है कि जिन्हां दा एक मंत्री पंजाब च अंदर होया होवे ते दूसरा मंत्री दिल्ली दे विच अंदर होवे जी, दो मंत्री अंदर होण, वो अज माफिया खत्म करन दी, करप्शन खत्म करन दी गल्लां करदे ने आके। मैनूं समझ लगदी भी ये किहड़ी दुनिया च वस रहे ने और लोकां दे अखीं घट्टा पाउण दी किहड़ी कोशिश कर रहे ने। ਜਿਹੜੀਆਂ ਬੱਸਾਂ ਇਹਨਾਂ ਨੇ ਆਪ ਰੋਕੀਆਂ ਸੀਗੀਆਂ ਪੰਜਾਬ ਦੀਆਂ, ਦਿੱਲੀ ਦੇ ਵਿੱਚ ਐਂਟਰ ਕਰਨ ਤੋਂ, 에ਅਰਪੋਰਟ ਤੇ ਜਾਣ ਤੋਂ, ਅੱਜ ਇਹਨਾਂ ਦੀ ਸਰਕਾਰ ਆਈ ਹੈ, ਇਹਨਾਂ ਨੇ ਸ਼ੁਰੂ ਕਰ ਲਈਆਂ। ਉਹ 'ਚ ਕੀ ਨਵਾਂ ਕਰਤਾ? ਔਰ ਇਹਨਾਂ ਦੇ ਜਦੋਂ ਪਿਛਲੀ ਸਰਕਾਰ ਸੀਗੀ ਕਾਂਗਰਸ ਦੀ, ਅੱਜ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ, ਉਹ ਜਾ ਕੇ ਇਹਨਾਂ ਦੇ ਘਰ ਦੇ ਬਾਹਰ ਧਰਨਾ ਦੇ ਕੇ ਬੈਠੇ ਸੀਗੇ, ਇਹਨਾਂ ਦੇ ਆਫਿਸ ਦੇ ਬਾਹਰ ਧਰਨਾ ਦੇ ਕੇ ਬੈਠੇ ਸੀਗੇ ਮਿਲਣ ਵਾਸਤੇ। ਔਰ ਕੇਜਰੀਵਾਲ ਸਾਹਿਬ ਇਸ ਗੱਲ ਤੇ ਮਿਲੇ ਹੀ ਨਹੀਂ ਸੀਗੇ ਵੀ ਉਹ ਕਹਿੰਦੇ ਵੀ ਅਸੀਂ ਬੱਸਾਂ ਚੱਲਣ ਨਹੀਂ ਦੇਣੀਆਂ। ਤੇ ਅੱਜ ਕੋਈ ਨਵੀਂ ਗੱਲ ਥੋੜਾ ਕੀਤੀ ਹੈ। ਜਿਹੜੇ ਚੀਜ਼ ਵਾਸਤੇ ਆਪ ਕਸੂਰਵਾਰ ਸੀਗੇ, ਅੱਜ ਉਹੀ ਚੀਜ਼ਾਂ ਨੇ ਕਰੈਕਟ ਕੀਤੀ ਹੈ, ਕਰੈਕਟ ਕਰਕੇ ਉਹ ਚਲਾਤੀਆਂ। ਲੇਕਿਨ ਉਹਦੇ ਨਾਲ ਪੰਜਾਬ ਨੂੰ ਪਿਛਲੇ 7-8 ਸਾਲਾਂ 'ਚ ਕਿੰਨਾ ਘਾਟਾ ਇਹਨਾਂ ਨੇ ਪਵਾਇਆ, ਕਿਉਂਕਿ 2017 ਤੋਂ ਬੱਸਾਂ ਬੰਦ ਕੀਤੀਆਂ ਹੋਈਆਂ ਸੀਗੀਆਂ। ਉਹਦੇ ਜ਼ਿੰਮੇਵਾਰ ਕੌਣ ਨੇ? ਕੇਜਰੀਵਾਲ ਸਾਹਿਬ। ਤੇ ਕੇਜਰੀਵਾਲ ਸਾਹਿਬ ਨੇ ਕਿਹੜੇ ਮਾਫੀਆ ਨੂੰ ਉਸ ਟਾਈਮ ਜਿਹੜਾ ਹੈ ਫਾਇਦਾ ਉਠਾਇਆ ਸੀ, ਤੇ ਉਹਦੇ ਬਾਰੇ ਕੇਜਰੀਵਾਲ ਸਾਹਿਬ ਚਾਨਣ ਪਾ ਸਕਦੇ ਨੇ ਜਾਂ ਭਗਵੰਤ ਮਾਨ ਚਾਨਣ ਪਾ ਸਕਦੇ ਨੇ। ਔਰ ਦੂਜੀ ਗੱਲ, ਜਿਸ ਤਰ੍ਹਾਂ ਮਾਫੀਆ ਖਤਮ ਕਰਨ ਦੀ ਗੱਲ ਕਰ ਰਹੇ ਨੇ, ਅੱਜ ਸ਼ਰਾਬ ਦਾ ਜਿਹੜਾ ਮਾਫੀਆ ਸਭ ਤੋਂ ਵੱਡਾ ਰੈਡੀ ਬ੍ਰਦਰਸ ਨੇ ਜਿਹੜੇ ਸਾਊਥ ਦੇ ਨੇ, ਉਹਨਾਂ ਨੂੰ ਇਹਨਾਂ ਨੇ ਠੇਕੇ ਦੇ ਦਿੱਤੇ ਨੇ ਪੰਜਾਬ ਸਾਰੇ ਦੇ। ਉਸ ਮਾਫੀਆ ਨੇ ਇਹਨਾਂ ਨੇ ਸੈਟਿੰਗ ਕਰ ਲਈ ਹੈ। ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਦਾਅਵਾ ਕਰ ਰਿਹਾ ਹੈਗਾ ਜਿਹਦਾ ਨਾਂ ਕੇਜਰੀਵਾਲ ਐਂਡ ਕੰਪਨੀ ਹੈ। ਜੀ ਭੁੱਲਰ ਸਾਹਿਬ, ਤੁਸੀਂ ਇਹ ਦਾਅਵਾ ਕਰ ਰਹੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਜਦੋਂ ਸਰਕਾਰ ਸੀ ਤਾਂ ਉਸ ਸਮੇਂ ਬੱਸਾਂ 에ਅਰਪੋਰਟ ਤੱਕ ਜਾਂਦੀਆਂ ਸੀ। ਦੇਖੋ ਇਸ ਤਰ੍ਹਾਂ ਹੈਗਾ ਕਿ ਉਦੋਂ ਬੱਸਾਂ ਜਾਂਦੀਆਂ ਸੀਗੀਆਂ, ਲੇਕਿਨ ਜਦੋਂ ਸਰਕਾਰ ਕਾਂਗਰਸ ਦੀ ਕੇਜਰੀਵਾਲ ਦੀ ਆਈ ਹੈਗੀ ਦਿੱਲੀ ਦੇ ਵਿੱਚ, ਉਸ ਤੋਂ ਬਾਅਦ ਇਹਨਾਂ ਨੇ ਬੱਸਾਂ ਬੰਦ ਕਰਤੀਆਂ ਜੀ।
ਔਰ 2017 ਤੋਂ ਲੈ ਕੇ ਹੁਣ ਤੱਕ ਬੰਦ ਰਹੀਆਂ ਉੱਥੇ। ਉਹ ਫਾਇਦਾ ਕਿਹਨੂੰ ਚੁਕਵਾਇਆ ਗਿਆ? ਇਸ ਮਾਫੀਆ ਨੇ, ਜਿਹੜਾ ਕੇਜਰੀਵਾਲ ਪਾਰਟੀ ਮਾਫੀਆ ਹੈਗੀ ਹੈ। ਠੀਕ ਹੈ, ਚਲੋ ਆਪਾਂ ਜਵਾਬ ਲੈ ਲਈਏ। ਠੀਕ ਹੈ, ਇੰਪੋਰਟੈਂਟ ਪੁਆਇੰਟ ਹੈ ਜੀ। ਠੀਕ ਹੈ, ਤੁਹਾਡਾ ਵੈਲਿਡ ਪੁਆਇੰਟ ਹੈ, ਇੰਪੋਰਟੈਂਟ ਹੈ। ਸਹੀ ਅਲਵਾਲੀਆ ਜੀ, ਤੁਹਾਡੇ ਤੱਕ ਆਵਾਜ਼ ਪਹੁੰਚੀ ਹੋਏਗੀ। ਦੇਖੋ, ਇਸ ਸਮੇਂ ਤੁਹਾਡੇ ਵਿਰੋਧੀ ਇਹੀ ਕਹਿ ਰਹੇ ਨੇ ਕਿ ਜਦੋਂ ਸਰਕਾਰ ਦਿੱਲੀ ਦੇ ਵਿੱਚ ਬਦਲੀ ਹੈ ਤਾਂ ਉਸ ਸਮੇਂ ਹੀ ਬੱਸਾਂ ਬੰਦ ਕੀਤੀਆਂ ਗਈਆਂ ਨੇ ਤੇ ਉਸ ਦੀ ਵਜ੍ਹਾ ਦੱਸੀ ਗਈ ਪੋਲਿਊਸ਼ਨ, ਕਿ ਪੋਲਿਊਸ਼ਨ ਬਹੁਤ ਹੁੰਦਾ ਔਰ ਬੇਟਾਈਮੇ ਬੱਸਾਂ ਆਉਂਦੀਆਂ ਨੇ, ਇਸ ਕਰਕੇ ਟ੍ਰੈਫਿਕ ਨੂੰ ਵੀ ਦਿੱਕਤ ਹੁੰਦੀ ਹੈ ਔਰ ਇਹ ਬੱਸਾਂ ਬੰਦ ਕਰ ਦਿੱਤੀਆਂ ਗਈਆਂ। ਤੇ ਹੁਣ ਦੁਬਾਰਾ ਸ਼ੁਰੂ ਹੋਈ ਹੈ ਕਿਉਂਕਿ ਪੰਜਾਬ 'ਚ ਵੀ ਸਰਕਾਰ ਤੁਹਾਡੀ, ਦਿੱਲੀ 'ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ। ਮੈਂ ਇਹਨਾਂ ਨੂੰ ਇੱਕ ਗੱਲ ਪੁੱਛਣਾ ਵੀ ਚਾਹੁੰਦਾ, ਦੱਸਣਾ ਵੀ ਚਾਹੁੰਦਾ, ਔਰ ਹੈਰਾਨਗੀ ਇਸ ਗੱਲ ਦੀ ਹੈ ਕਿ ਪੰਜਾਬ ਸਰਕਾਰ ਇੰਨਾ ਵਧੀਆ ਡਿਸੀਜਨ ਲੈਂਦੀ ਹੈ, ਸਾਰੇ ਲੋਕੀ ਤਾਰੀਫ ਕਰਦੇ ਆ, ਇਹਨਾਂ ਨੂੰ ਤਕਲੀਫ ਹੁੰਦੀ ਹੈ। ਇਹ ਕਹਿੰਦੇ ਦਿੱਲੀ ਜਾਣ ਤੋਂ ਬੰਦ ਕਰਤੀਆਂ ਬੱਸਾਂ। ਅਸੀਂ ਕਹਿੰਦੇ ਆ ਤੁਸੀਂ ਤਾਂ ਪੰਜਾਬ 'ਚ ਵੀ ਪੰਜਾਬ ਰੋਡਵੇਜ਼ ਦੀ ਬੱਸ ਚੱਲਣ ਨਹੀਂ ਦਿੱਤੀ, ਸਾਰਾ ਕੁਝ ਪ੍ਰਾਈਵੇਟ ਨੂੰ ਦੇਤਾ, ਸਾਰਾ ਟਾਈਮ ਟੇਬਲ ਹਿਲਾਤਾ, ਪੰਜਾਬ ਦਾ ਸਾਰਾ ਸਿਸਟਮ ਵਿਗਾੜਤਾ। ਇਹ ਜੇ ਛੱਡਦੇ ਇਲਜ਼ਾਮ ਲਾ ਰਹੇ ਹੈ, ਕੇਜਰੀਵਾਲ ਦਾ ਝੂਠਾ ਖਾਦਾ ਹੋਇਆ ਸਾਰਿਆਂ ਨੇ। ਨਹੀਂ ਜਦ ਮੈਂ ਬੋਲ ਰਿਹਾ ਵਿੱਚ ਨਾ ਬੋਲਿਆ ਕਰੋ ਜੀ। ਨਾ ਜਦ ਤੁਹਾਡੀ ਵਾਰੀ ਆਉਂਦੀ ਮੈਂ ਨਹੀਂ ਬੋਲਦਾ, ਥੋੜੀ ਜਿਹੀ ਪੇਸ਼ੈਂਸ ਰੱਖੋ, ਸੁਣਨ ਦੀ ਹਿੰਮਤ ਰੱਖੋ। ਸਾਰੀਆਂ ਬੱਸਾਂ ਇੱਕ ਐਮਐਲਏ ਤੁਸੀਂ ਸਾਡਾ ਦੱਸਦੇ ਹੋ ਜਿਹੜਾ ਬੱਸਾਂ ਚਲਾਉਂਦਾ, ਔਰ ਅਸੀਂ ਤੁਹਾਡੀ ਮੇਰੀ ਭਾਈ ਸਾਹਿਬ ਪਹਿਲਾਂ ਪਤਾ ਕਿ ਪਹਿਲਾਂ ਡਿਬੇਟ ਦਾ ਸਿਸਟਮ ਸਮਝ ਲਿਆ ਕਰੋ, ਦੂਜੇ ਨੂੰ ਬੋਲਣ ਦਿਆ ਕਰੋ। ਚਲੋ ਇੱਕ ਇੱਕ ਕਰਕੇ ਫਿਰ ਗੱਲ ਆਪਣੀ ਕਰਦੇ ਹੋ ਨਾ, ਇਹ ਡੌਨਪਨਾ ਨਹੀਂ ਚੱਲਣਾ ਹੁਣ ਪੰਜਾਬ 'ਚ, ਬੰਦਮਾਸ਼ੀਆਂ ਬੰਦ ਕਰ ਦਿਓ। ਜਿਹੜਾ ਇਹਨਾਂ ਨੇ ਸਿਸਟਮ ਅੱਜ ਤੱਕ ਚਲਾਉਂਦੇ ਰਹੇ ਹੈ, ਅੱਜ ਤੱਕ ਤੁਸੀਂ ਚਲਾ ਰਹੇ ਹੋ, ਅਸੀਂ ਨਹੀਂ ਚਲਾ ਰਹੇ, ਨੂੰ ਫੋਲੋ ਅਪ ਨਹੀਂ ਕਰਨਾ, ਕਰੈਕਟ ਲੈਟਰਸ ਨਹੀਂ ਭੇਜਣੀਆਂ, ਇਹ ਸਿਸਟਮ ਨੂੰ ਕੋਲੈਪਸ ਕਰਨ ਦਾ ਸਿਸਟਮ ਹੈ ਇਹਨਾਂ ਦਾ। ਪੰਜਾਬ ਗਵਰਨਮੈਂਟ ਦੀਆਂ ਜਿਹੜੀਆਂ ਬੱਸਾਂ ਇਹ ਕਹਿੰਦੇ ਪਏ ਹੈ ਕਿ ਦਿੱਲੀ ਸਰਕਾਰ ਨੇ ਬੰਦੇ ਹੀ ਬੰਦ ਕੀਤੀਆਂ, ਮੈਂ ਦੱਸਣਾ ਚਾਹੁੰਦਾ ਇਹਨਾਂ ਨੂੰ ਪੰਜਾਬ ਸਰਕਾਰ ਦੀਆਂ ਬੱਸਾਂ ਕਿਉਂ ਬੰਦ ਹੋਈਆਂ, ਉਹਦੇ ਪਿੱਛੇ ਕੀ ਰੀਜ਼ਨ ਸੀਗਾ। ਆਪਣੀਆਂ ਤੇ ਜਾਣਗੀਆਂ ਇੰਡੋ ਕੈਨੇਡੀਅਨ ਯੂਰੋ ਫਲਾਨੀ ਬੱਸ, ਔਰ ਪੰਜਾਬ ਸਰਕਾਰ ਦੀ ਬੱਸ ਜਾਏਗੀ ਕਿਹੜੀ ਵਾਲੀ, ਜਿਹੜੀ ਪੋਲਿਊਸ਼ਨ ਕਰਦੀ ਹੋਏ। ਇਹ ਸਮਾਲ ਨੋਰਮਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਇਹ ਸਰਕਾਰਾਂ ਜਾਣ ਕੇ ਨਹੀਂ ਭਰਦੀਆਂ ਤਾਂ ਕਿ ਪ੍ਰਾਈਵੇਟ ਟਰਾਂਸਪੋਰਟਰਸ ਨੂੰ ਬੈਨੀਫਿਟ ਦਿੱਤਾ ਜਾਏ। ਔਰ ਪਿਛਲੀ ਸਰਕਾਰਾਂ ਨੇ ਇਹ ਕਰਦੇ ਰਹੇ ਨੇ। ਇਹ ਅੱਜ ਛੱਡ ਤੇ ਇਲਜ਼ਾਮ ਲਾਉਣ ਸੀ ਇਹਨਾਂ ਨੇ ਇਹ ਕਰਤਾ। ਇਹਨਾਂ ਤੋਂ ਕਿਆ ਵੋਲਵੋ ਬੱਸਾਂ ਇਹ ਲੋਕ ਖਰੀਦ ਨਹੀਂ ਸਕਦੇ ਸੀ? ਕਿਆ ਵੋਲਵੋ ਬੱਸਾਂ ਦਿੱਲੀ ਭੇਜ ਨਹੀਂ ਸਕਦੇ ਸੀਗੇ? ਇਹ ਕਹਿ ਰਹੇ ਜੀ ਉਹਨਾਂ ਨੇ ਉੱਥੇ ਜਾ ਕੇ ਧਰਨਾ ਲਾਇਆ। ਧਰਨਾ ਤਦ ਲਾਇਆ ਜਦ ਪੰਜਾਬ 'ਚ ਚੀਫ ਮਿਨਿਸਟਰ ਸੀਗੇ ਦਿੱਲੀ ਦੇ, ਉਹਨਾਂ ਨੇ ਕਿਹਾ ਵੀ ਮੈਂ ਤਾਂ ਤੁਹਾਡੇ ਨਾਲ ਗੱਲ ਕਰਨ ਨੂੰ ਤਿਆਰ ਹਾਂ, ਕਾਗਜ਼ ਤਾਂ ਭੇਜੋ, ਕਾਗਜ਼ ਤਾਂ ਦਿਓ, ਗੱਲਾਂ ਨਾਲ ਕਿਵੇਂ ਕਰੋਗੇ? ਸਿਰਫ ਪੋਲੀਟੀਕਲ ਬੈਨੀਫਿਟ ਲੈਣ ਲਈ ਇਹ ਲੋਕ ਉਹ ਕਰਦੇ ਨੇ। ਹੁਣ ਹੈਰਾਨਗੀ ਇਹਨਾਂ ਨੂੰ ਇਹ ਹੁੰਦੀ ਹੈ ਕਿ 1100 ਰੁਪਏ 'ਚ, 800 ਰੁਪਏ 'ਚ, 900 ਰੁਪਏ 'ਚ ਕਿਵੇਂ ਇਹ ਲੋਕ ਦਿੱਲੀ 에ਅਰਪੋਰਟ ਬੱਸ ਭੇਜਣਗੇ? ਸਾਡੀ ਬੱਸਾਂ ਦਾ ਕੀ ਜਾਏਗਾ? ਇਹ ਲੜਾਈ ਇਹ ਕਰਦੇ। ਮੈਂ ਬੀਜੇਪੀ ਵਾਲੇ ਸਾਡੇ ਮੈਨੂੰ ਪਤਾ ਵੀ ਬਹੁਤ ਵਧੀਆ ਸਰਵਿਸਿਜ਼ ਤੋਂ ਆਏ ਹੋਏ ਨੇ, ਮੈਂ ਇਹਨਾਂ ਤੋਂ ਹੈਰਾਨ ਆ। ਇਹ ਕਹਿੰਦੇ ਹੈਲੀਕਾਪਟਰ ਸ਼ੁਰੂ ਕਰੋ, ਹਵਾਈ ਜਹਾਜ਼ ਸ਼ੁਰੂ ਕਰੋ। ਉਹ ਭਾਈ ਪੰਜਾਬ 'ਚ ਪਹਿਲਾਂ ਬੱਸਾਂ ਦਾ ਸ਼ੁਰੂ ਕਰਨ ਦਿਓ। ਬੱਸਾਂ ਦੀ ਕਿੰਨੀ ਵੱਡੀ ਪ੍ਰੋਬਲਮ ਸੀਗੀ, 에ਅਰਪੋਰਟ ਨਹੀਂ ਜਾਣ ਪਾਉਂਦੇ ਸੀ, ਲੋਕਾਂ ਨੂੰ 4-4 ਹਜ਼ਾਰ 5-5 ਹਜ਼ਾਰ 3500 ਰੁਪਇਆ ਦੇਣਾ ਪੈਂਦਾ ਸੀ ਦਿੱਲੀ ਜਾਣ ਲਈ। ਉਸ ਤੋਂ ਬਾਅਦ ਇਹਨਾਂ ਦੀ ਬਦਮਾਸ਼ੀ ਚੱਲਦੀ ਸੀਗੀ, ਬਿਨਾਂ ਟੈਕਸ ਪੇ ਕਰੇ ਪੰਜਾਬ ਨੂੰ ਮਾਫੀਆ ਇੰਨਾ ਲੁੱਟਦਾ ਪਿਆ ਸੀ, ਬਿਨਾਂ ਟੈਕਸ ਪੇ ਕਰੇ ਕਿਸੇ ਵੀ ਸਟੇਟ ਦਾ ਇਹ ਲੋਕ ਕਰਦੇ ਪਏ ਸੀ। ਅਸੀਂ ਸਾਰੀਆਂ ਚੀਜ਼ਾਂ ਠੀਕ ਕਰਤੀਆਂ ਰਾਦਰ ਦੇਨ ਤਾਰੀਫ ਕਰਨ ਦੇ, ਰਾਦਰ ਦੇਨ ਇਹ ਕਹਿਣ ਲਈ ਵੀ ਚੰਗਾ ਕੰਮ ਕਰ ਰਹੇ ਹੋ। ਪਰ ਪੋਲੀਟੀਕਲ ਆਪਣੇ ਜਵਾਬ ਲੈਣ ਦੀ ਗੱਲ ਆਪਣੀਆਂ ਸਾਰੀਆਂ ਉਹ ਕਰਦੇ ਆ। ਠੀਕ ਹੈ, ਚਲੋ ਭਾਈ ਇੱਕ ਰਿਐਕਸ਼ਨ ਲੈ ਲਈਏ। ਬੋਲਰ ਜੀ ਮੈਂ ਤੁਹਾਡੇ ਕੋਲ ਆਉਣਾ ਕਿ ਹਵਾਈ ਜਹਾਜ਼ ਉਡਾ ਦਿਓ, 에ਅਰਪੋਰਟ ਹੋਣ ਨਾ ਹੋਣ ਹਵਾਈ ਜਹਾਜ਼ ਉਡਾ ਦਿਓ ਤੁਸੀਂ। ਮੈਂ ਜਿੰਨਾ ਸਮਝ ਪਾਇਆ ਆਲੂਵਾਲੀਆ ਜੀ, ਮੈਂ ਜਿੰਨਾ ਸਮਝ ਪਾਇਆ, ਮੈਂ ਕੋਸ਼ਿਸ਼ ਕਰਦਾ ਕਿ ਕਾਂਗਰਸ ਦੇ ਬੁਲਾਰੇ ਵੀ ਸਾਡੇ ਨਾਲ ਜਲਦ ਜੁੜ ਜਾਣ ਤਾਂ ਉਹਨਾਂ ਤੋਂ ਵੀ ਉਹਨਾਂ ਦਾ ਰਿਐਕਸ਼ਨ ਜ਼ਰੂਰ ਲੈਣਾ ਹੋਏਗਾ। ਇੱਥੇ ਸਾਬਕਾ ਸਰਕਾਰ ਪਿਛਲੇ 5 ਸਾਲ ਉਹਨਾਂ ਦੀ ਸੀ। ਪਰ ਜੇ ਜੋ ਤੁਹਾਡੀ ਗੱਲ ਸਮਝ ਆ ਰਹੀ ਹੈ, ਤੁਸੀਂ ਕਹਿ ਰਹੇ ਹੋ ਕਿ ਬੱਸਾਂ ਇਸ ਕਰਕੇ ਬੰਦ ਹੋਈਆਂ ਕਿਉਂਕਿ ਪ੍ਰਾਈਵੇਟ ਬੱਸਾਂ ਜਾਂਦੀਆਂ ਸੀ ਚਮਚਮਾਉਂਦੀਆਂ, ਤੇ ਜਿਹੜੀਆਂ ਰੋਡਵੇਜ਼ ਦੀਆਂ ਬੱਸਾਂ ਭੇਜੀਆਂ ਜਾਂਦੀਆਂ ਸੀ ਉਹ ਭੇਜੀਆਂ ਜਾਂਦੀਆਂ ਸੀ ਜਿਹੜੀਆਂ ਖਸਤਾ ਹਾਲਤ ਦੇ ਵਿੱਚ ਨੇ। ਇਹ ਕਹਿ ਰਹੇ ਹੋ ਤੁਸੀਂ? ਸਰ ਮੈਂ ਕਹਿ ਰਿਹਾ ਤੁਹਾਨੂੰ ਕਲੀਅਰਲੀ ਕਿ ਇਹਨਾਂ ਨੇ ਵਿਦਆਊਟ ਪਰਮਿਸ਼ਨ, ਵਿਦਆਊਟ ਨੋਰਮਸ ਦੇਖੇ ਬੱਸਾਂ ਇਹਨਾਂ ਦੀਆਂ ਗਲਤੀਆਂ ਕਰਕੇ ਬੰਦ ਹੋਈਆਂ। ਦਿੱਲੀ ਸਰਕਾਰ ਦੇ ਬਾਰ-ਬਾਰ ਇਲਜ਼ਾਮ ਲਾਉਂਦੇ ਨੇ ਨੋਰਮਸ ਜੇ ਪੂਰੇ ਨਹੀਂ ਕਰਾਂਗੇ ਤੇ ਕਿਵੇਂ ਸਿਸਟਮ ਨੂੰ ਚਲਾਵਾਂਗੇ। ਜਿਹੜੀਆਂ ਬੱਸਾਂ ਬਾਰ-ਬਾਰ ਕਹਿੰਦੇ ਕਿ ਇਦਾਂ ਕਰਤੀ ਉਹ ਕਰਤੀ, ਹੋਰ ਸਟੇਟਸ 'ਚ ਅਲਾਉਡ ਹੈ, ਪੰਜਾਬ 'ਚ ਕਿਉਂ ਪ੍ਰਾਈਵੇਟ ਬੱਸਾਂ ਦਾ ਸਿਸਟਮ ਅਲਾਉਡ ਹੈ ਤੇ ਸਰਕਾਰੀ ਬੱਸਾਂ ਨਹੀਂ ਜਾਣਗੀਆਂ? ਇਹ ਕਿਹਨੂੰ ਹੈਲਪ ਮਿਲ ਰਿਹਾ ਸੀ, ਕਿਹਨੂੰ ਜਾ ਰਿਹਾ ਸੀ? ਸਾਰਿਆਂ ਨੂੰ ਕਲੀਅਰ ਹੈ, ਪੂਰੇ ਪੰਜਾਬ ਨੂੰ ਕਲੀਅਰ ਹੈ ਕਿਹਨੂੰ ਬੈਨੀਫਿਟ ਦਿੱਤਾ ਜਾ ਰਿਹਾ ਸੀ। ਅੱਜ ਉਹ ਬੈਨੀਫਿਟ ਜਿਹੜਾ ਹੈਗਾ ਉਹ ਸਰਕਾਰ ਨੂੰ ਮਿਲਣਾ ਸ਼ੁਰੂ ਹੋਇਆ, ਲੋਕਾਂ ਨੂੰ ਪੰਜਾਬ ਦੇ ਮਿਲਣਾ ਸ਼ੁਰੂ ਹੋਇਆ। ਇਸ ਕਰਕੇ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਕਿਉਂਕਿ ਇਹ ਲੋਕ ਐਂਟੀ ਗਵਰਨਮੈਂਟ ਜੀ ਕੁਝ ਕਹਿਣਾ ਚਾਹ ਰਹੇ ਨੇ। ਤੇ ਅਮਿਤ ਬਾਵਾ ਜੀ ਵੀ ਸਾਡੇ ਨਾਲ ਜੁੜ ਰਹੇ ਨੇ। ਅਮਿਤ ਜੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ, ਤੁਸੀਂ ਨਾਲ ਰਹਿਣਾ, ਤੁਹਾਡੇ ਕੋਲ ਆਉਣਾ। ਪਰ ਉਸ ਤੋਂ ਪਹਿਲਾਂ ਹਰਜੀਤ ਭੁੱਲਰ ਜੀ ਕੁਝ ਕਹਿਣਾ ਚਾਹ ਰਹੇ ਨੇ। ਗੌਰਵ ਜੀ ਗੱਲ ਇਸ ਤਰ੍ਹਾਂ ਹੈ ਕਿ ਵਾਲੀਆ ਸਾਹਿਬ ਗੱਲ 'ਚ ਢੋਲ ਪਾ ਕੇ ਇੱਕ ਵਜਾਈ ਜਾਂਦੇ ਨੇ ਕਿ ਮਾਫੀਆ ਮਾਫੀਆ ਮਾਫੀਆ, ਇੰਕਲੂਡਿੰਗ ਕੇਜਰੀਵਾਲ, ਭਗਵੰਤ ਮਾਨ ਤੇ ਖੈਰ ਅੱਜ ਕੱਲ੍ਹ ਚੁੱਪ ਹੀ ਨੇ,
ਉਹ ਤੇ ਕਿਸੇ ਗੱਲ ਤੇ ਬੋਲਦੇ ਹੀ ਨਹੀਂ, ਨਾ ਕੋਈ ਟਵੀਟ ਕਰਦੇ ਨੇ, ਨਾ ਕਿਸੇ ਗੱਲ ਤੇ ਦਖਲਅੰਦਾਜ਼ੀ ਕਰਦੇ ਨੇ। ਕੇਜਰੀਵਾਲ ਸਾਹਿਬ ਤੇ ਉਹਨਾਂ ਦੇ ਪ੍ਰਵਕਤਾ ਆ ਕੇ ਬੋਲਦੇ ਆ ਮਾਫੀਆ ਮਾਫੀਆ ਮਾਫੀਆ। 3 ਮਹੀਨਿਆਂ 'ਚ ਕਿਹੜਾ ਟਰਾਂਸਪੋਰਟ ਮਾਫੀਆ ਇਹਨਾਂ ਨੇ ਫੜਿਆ? ਕਿਹੜੀਆਂ ਬੱਸਾਂ ਇਹਨਾਂ ਨੇ ਫੜੀਆਂ ਨੇ? ਕਿਹਨਾਂ ਦੇ ਤੁਸੀਂ ਪਰਮਿਟ ਰੱਦ ਕੀਤੇ ਨੇ? ਕੋਈ 1-2 ਪਰਮਿਟ, ਕੋਈ 1-2 ਬੱਸਾਂ ਦੱਸੋ ਤਾਂ ਸਹੀ ਵੀ ਕਿਹੜੇ ਮਾਫੀਆ ਨੂੰ ਤੁਸੀਂ ਫੜਿਆ। ਔਰ ਸਭ ਤੋਂ ਵੱਡਾ ਮਾਫੀਆ ਅੱਜ ਡੇਟ ਦੇ ਵਿੱਚ ਅਗਰ ਹਿੰਦੁਸਤਾਨ 'ਚ ਕੋਈ ਚਲਾ ਰਿਹਾ ਜਾਂ ਦਿੱਲੀ 'ਚ ਕੋਈ ਚਲਾ ਰਿਹਾ ਤਾਂ ਕੇਜਰੀਵਾਲ ਚਲਾ ਰਿਹਾ। ਕੇਜਰੀਵਾਲ ਨੇ ਉੱਥੇ ਬੱਸਾਂ ਬੰਦ ਕੀਤੀਆਂ ਕਿਉਂਕਿ ਜਿਹੜਾ ਪ੍ਰਾਈਵੇਟ ਸੈਕਟਰ ਦੀਆਂ ਬੱਸਾਂ ਸੀਗੀਆਂ, ਅੱਜ ਇੰਡੋ ਕੈਨੇਡੀਅਨ ਨਹੀਂ ਬੱਸਾਂ ਚੱਲ ਰਹੀਆਂ ਸੀ ਇਕੱਲੀਆਂ ਉੱਥੇ, ਜਿਹੜੀਆਂ ਦਿੱਲੀ ਦਾ ਮਾਫੀਆ ਚੱਲ ਰਿਹਾ ਸੀਗਾ, ਜਿਹੜਾ ਪੰਜਾਬ ਤੋਂ ਅੱਧੀ ਰਾਤ ਨੂੰ ਬੱਸਾਂ ਚਲਾਉਂਦਾ ਬਗੈਰ ਟੈਕਸ ਤੇ, ਉਹਨਾਂ ਨੂੰ ਇਹ ਫੀਡ ਕਰਦੇ ਸੀਗੇ, ਉਹਨਾਂ ਕੋਲ ਇਹ ਪੈਸਾ ਕਰਾਉਂਦੇ ਸੀਗੇ। ਗੱਲ ਤੇ ਇਹ ਸੀਗੀ, ਤਾਂ ਕਰਕੇ ਪੰਜਾਬ ਦੀਆਂ ਬੱਸਾਂ ਬੰਦ ਕੀਤੀਆਂ ਗਈਆਂ ਸੀਗੀਆਂ, ਹੋਰ ਉਹ 'ਚ ਕੋਈ ਕਾਰਨ ਨਹੀਂ ਸੀਗਾ। ਅੱਜ ਇਹਨਾਂ ਨੇ ਪੰਜਾਬ ਦੀਆਂ ਬੱਸਾਂ ਚਲਾਤੀਆਂ ਕਿਉਂਕਿ ਸੰਗਰੂਰ ਜਿਹੜੀ ਹੈ ਇਲੈਕਸ਼ਨ ਚੱਲ ਰਹੀ ਹੈ ਔਰ ਉਹਦਾ ਲਾਹਾ ਲੈਣ ਵਾਸਤੇ ਕਿ ਦੇਖੋ ਜੀ ਅਸੀਂ ਬੱਸਾਂ ਚਲਾਤੀਆਂ, ਵਾਹ ਖੱਟਣ ਵਾਸਤੇ ਇਹ ਕੰਮ ਕੀਤਾ ਜਾ ਰਿਹਾ। ਅਗਰ ਵਾਲੀਆ ਸਾਹਿਬ ਇੰਨੇ ਇਮਾਨਦਾਰੀ ਨਾਲ ਗੱਲਾਂ ਕਰਦੇ ਨੇ ਕਿ ਬੜੀ ਵੱਡੀ ਇਮਾਨਦਾਰ ਸਰਕਾਰ ਹੈ ਔਰ ਕੇਜਰੀਵਾਲ ਸਾਹਿਬ ਦਾਅਵੇ ਕਰਦੇ ਨੇ 3 ਮਹੀਨਿਆਂ 10,000 ਕਰੋੜ ਰੁਪਈਆ ਟਿਕਾਰ ਗਏ ਨੇ, ਕਿਤੇ ਕੱਟ ਨਹੀਂ ਲਾਈ, ਕਿਤੇ ਕੋਈ ਸਕੂਲ ਨਹੀਂ ਬਣਾਇਆ, ਕੋਈ ਹਸਪੀਟਲ ਨਹੀਂ ਬਣਾਇਆ, ਕੋਈ ਨਵੀਂ ਬੱਸ ਨਹੀਂ ਪਾਈ ਇਹਨਾਂ ਨੇ, ਕੋਈ ਇਹਨਾਂ ਨੇ ਨਵਾਂ ਅਦਾਰਾ ਨਹੀਂ ਖੋਲ੍ਹਿਆ ਹੈਗਾ। ਮੈਂ ਤੁਹਾਡੇ ਪੁਆਇੰਟ ਦੇ ਉੱਤੇ ਆਵਾਂਗਾ। ਦੇਖੋ ਇੱਕ ਚੀਜ਼ ਤਾਂ ਕਲੀਅਰ ਹੋ ਰਹੀ ਹੈ ਸਾਰਿਆਂ ਦੀ ਸਟੇਟਮੈਂਟਸ ਤੋਂ ਭੁੱਲਰ ਸਾਹਿਬ, ਇੱਕ ਚੀਜ਼ ਤਾਂ ਕਲੀਅਰ ਹੋ ਰਹੀ ਹੈ ਕਿ ਮਾਫੀਆ ਤਾਂ ਕੰਮ ਕਰ ਰਿਹਾ ਹੈ, ਮਾਫੀਆ ਹੁਣ ਤੱਕ ਕੰਮ ਕਰ ਰਿਹਾ ਸੀ, ਹੁਣ ਇਸ ਦੇ ਨਾਲ ਖਤਮ ਹੋ ਗਿਆ ਜਾਂ ਹੋ ਜਾਏਗਾ? ਇੱਕ ਵੱਡਾ ਸਵਾਲ ਹੈ ਕਿ ਵਾਕਈ ਜੇ 4 ਸਟੇਸ਼ਨ 5 ਥਾਵਾਂ ਤੋਂ 에ਅਰਪੋਰਟ ਨੂੰ ਸਿੱਧੀਆਂ ਬੱਸਾਂ ਜਾਣ ਲੱਗ ਗਈਆਂ ਤਾਂ ਹੁਣ ਮਾਫੀਆ ਖਤਮ ਹੋ ਜਾਏਗਾ? ਇਹ ਇੱਕ ਵੱਡਾ ਸਵਾਲ ਜ਼ਰੂਰ ਹੈ। ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ। ਜਿਹੜੀ ਪੰਜਾਬ ਰੋਡਵੇਜ਼ ਦੀ ਬੱਸ ਹੈ ਉਹਦੇ ਟਾਈਮਿੰਗ ਤੁਸੀਂ ਨੋਟ ਕਰਿਓ ਜੀ। ਗੌਰਵ ਜੀ ਇੱਕ ਮਿੰਟ ਮੈਂ ਕੰਪਲੀਟ ਕਰ ਦਿੰਦਾ ਮੈਨੂੰ ਗੱਲ। ਜਿਹੜੀ ਇਹਨਾਂ ਨੇ ਬੱਸਾਂ ਚਲਾਈਆਂ ਨੇ ਉਹਦੇ ਟਾਈਮਿੰਗ ਨੋਟ ਕਰਿਓ ਵੀ ਚੰਡੀਗੜ੍ਹ ਤੋਂ ਦਿੱਲੀ 에ਅਰਪੋਰਟ ਤੱਕ ਕਿੰਨੇ ਘੰਟਿਆਂ 'ਚ ਬੱਸ ਪਹੁੰਚ ਰਹੀ ਹੈ? ਅਰਾਊਂਡ 7 ਤੋਂ 8 ਘੰਟਿਆਂ 'ਚ ਬੱਸ ਪਹੁੰਚ ਰਹੀ ਹੈ ਔਰ ਇਹਨਾਂ ਨੇ ਜਿਹੜੀਆਂ ਪ੍ਰਾਈਵੇਟ ਬੱਸਾਂ ਨਾਲ ਸਮਝੌਤੇ ਕੀਤੇ ਹੋਏ ਨੇ ਉਹ 4 ਘੰਟਿਆਂ 'ਚ ਪਹੁੰਚ ਜਾਂਦੀ ਹੈ। 에ਅਰਪੋਰਟ ਤੱਕ ਤਾਂ 4 ਘੰਟੇ 'ਚ ਪਹੁੰਚਣਾ ਸਰ ਮੁਸ਼ਕਿਲ ਲੱਗਦਾ ਮੈਨੂੰ। ਦਿੱਲੀ ਪਹੁੰਚ ਜਾਂਦੀ ਹੋਏਗੀ 3-3.5 ਘੰਟੇ, 5 ਘੰਟੇ ਲਾ ਲਓ ਤੁਸੀਂ, ਲੇਕਿਨ 8 ਘੰਟੇ ਜਾਂ 9 ਘੰਟੇ ਬਹੁਤ ਵੱਡਾ ਟਾਈਮ ਹੈ। ਠੀਕ ਹੈ। ਆਲੂ ਵਾਲੀ ਇਕੱਠਾ ਜਵਾਬ ਦਿਓ। ਜੈਮਾਨ ਜੀ ਥੋੜਾ ਇੰਤਜ਼ਾਰ ਕਰਿਓ, ਅਮਿਤ ਜੀ ਨੂੰ ਆਪਾਂ ਇੱਕ ਵਾਰੀ ਐਡ ਕਰ ਲਈਏ। ਨਹੀਂ, ਇੱਕ ਪੁਆਇੰਟ, ਸਿਰਫ ਇੱਕ ਪੁਆਇੰਟ ਛੋਟਾ ਜਿਹਾ ਗੌਰਵ ਜੀ, ਇਹ ਜਿਹੜੇ ਕਹਿ ਰਹੇ ਨੇ ਕਿ ਪਨਬਸ ਦੀਆਂ ਬੱਸਾਂ ਬਹੁਤ ਖਰਾਬ ਸੀਗੀਆਂ, ਐਸੀ ਕੋਈ ਗੱਲ ਨਹੀਂ ਹੈ। ਪਨਬਸ ਦੀਆਂ ਵੀ ਵੋਲਵੋ ਤੇ ਮਰਸੀਡੀਜ਼ ਦੀਆਂ ਬੱਸਾਂ ਸੀਗੀਆਂ, ਬਹੁਤ ਸੋਹਣੀਆਂ ਬੱਸਾਂ ਸੀਗੀਆਂ ਤੇ ਮੈਂ ਉਹਨਾਂ ਦੇ ਵਿੱਚ ਟਰੈਵਲ ਕੀਤਾ ਹੋਇਆ। ਇਹ ਆਲੂਵਾਲੀਆ ਜੀ ਜੋ ਕਹਿ ਰਹੇ ਨੇ ਗਲਤ ਹੈ। ਅੱਛਾ, ਦੂਸਰਾ ਮੈਂ ਤੁਹਾਨੂੰ ਦੱਸਦਾ, ਇਹਨਾਂ ਦੀ ਜਿਹੜੀ ਇਸ ਵੇਲੇ ਗਵਰਨਮੈਂਟ ਬੱਸਿਸ ਦੀ ਹਾਲਤ ਹੈ, ਕੁਝ ਦਿਨ ਪਹਿਲੇ ਮੈਨੂੰ ਮੌਕਾ ਮਿਲ ਗਿਆ, ਮੈਂ ਕਿਹਾ ਚਲੋ ਇੱਕ ਬੱਸ 'ਚ ਬਹਿ ਕੇ ਦੇਖ ਲਈਏ, ਬੜੀ ਦੇਰ ਹੋ ਗਈ ਹੈ। ਏਡੀ ਗੰਦੀ ਬੱਸ, ਏਡੀ ਪੋਲਿਊਸ਼ਨ ਵਾਲੀ, ਏਡੀ ਪੁਰਾਣੀ ਬੱਸ, ਓਵਰਲੋਡਡ, ਮਤਲਬ ਏਡਾ ਬੁਰਾ ਹਾਲ ਸੀਗਾ ਉਸ ਬੱਸ ਦਾ। ਇਹਨਾਂ ਦੇ ਮਤਲਬ ਪੰਜਾਬ ਟਰਾਂਸਪੋਰਟ ਸਿਸਟਮ ਦੀਆਂ ਬੱਸਿਸ ਜਿਹੜੀਆਂ ਨੇ ਉਹਨਾਂ ਦੇ ਉੱਤੇ ਮੇਜਰ ਓਵਰਹਾਲ ਦੀ ਜ਼ਰੂਰਤ ਹੈ, ਉਹਦੇ ਪਾਸੇ ਤੇ ਇਹਨਾਂ ਨੇ ਕੁਝ ਵੀ ਨਹੀਂ ਕੀਤਾ। ਚਲੋ ਉਮੀਦ ਹੈ ਸਰ ਧਿਆਨ ਦੇਣਗੇ ਉਸ ਵਾਲੇ ਪਾਸੇ। ਮੈਂ ਤੁਹਾਡੇ ਕੋਲ ਵਾਪਸ ਆਉਣਾ। ਆਲੂਵਾਲੀਆ ਜੀ ਇਕੱਠਾ ਜਵਾਬ ਤੁਸੀਂ ਦਿਓ। ਅਮਿਤ ਬਾਵਾ ਜੀ ਸਾਡੇ ਨਾਲ ਜੁੜ ਚੁੱਕੇ ਨੇ। ਅਮਿਤ ਜੀ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ? ਬਿਲਕੁਲ ਗੌਰਵ ਜੀ, ਨਮਸਕਾਰ। ਤੇ ਮੈਂ ਮਾਫੀ ਚਾਹੁੰਦਾ, ਟੈਕਨੀਕਲ ਐਰਰ ਹੋਣ ਕਰਕੇ ਮੈਂ ਥੋੜਾ ਲੇਟ ਜੁੜ ਪਾਇਆ। ਨੋ ਇਸ਼ੂ ਸਰ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ। ਗੱਲਬਾਤ ਤੁਹਾਡੇ ਨਾਲ ਹੋ ਜਾਏ ਇਹੀ ਜ਼ਰੂਰੀ ਹੈ। ਦੇਖੋ 5 ਸਾਲ ਸਰਕਾਰ ਰਹੀ ਹੈ ਕਾਂਗਰਸ ਦੀ, ਇਸ ਕਰਕੇ ਤੁਹਾਨੂੰ ਸਵਾਲ ਤਾਂ ਬਹੁਤ ਸਾਰੇ ਹੋਣੇ ਨੇ। ਸਰਕਾਰ ਜੋ ਮੌਜੂਦਾ ਸਮੇਂ ਦੇ ਵਿੱਚ ਹੈ ਆਮ ਆਦਮੀ ਪਾਰਟੀ ਦਾਅਵਾ ਕਰ ਰਹੀ ਹੈ ਕਿ ਹੁਣ ਤੱਕ ਸਾਬਕਾ ਸਰਕਾਰਾਂ ਨੇ ਪ੍ਰੋਟੈਕਟ ਕੀਤਾ ਮਾਫੀਆ ਨੂੰ, ਪ੍ਰਮੋਟ ਕੀਤਾ ਮਾਫੀਆ ਨੂੰ, ਇਸ ਕਰਕੇ ਬੱਸਾਂ ਨਹੀਂ ਚੱਲੀਆਂ। ਰਾਜਾ ਵੜਿੰਗ ਵਾਲਾ ਸਵਾਲ ਮੈਂ ਪਹਿਲਾਂ ਹੀ ਤੁਹਾਡੇ ਤੋਂ ਪੁੱਛ ਲਿਆ ਤੇ ਉਹ ਕਹਿ ਰਹੇ ਨੇ ਕਿ ਰਾਜਾ ਵੜਿੰਗ ਨੇ ਜਾ ਕੇ ਉੱਥੇ ਬਸ ਇਹੀ ਕਿਹਾ ਕਿ ਬੱਸਾਂ ਚਲਾ ਦਿਓ, ਪਰ ਜਿਹੜੇ ਦਸਤਾਵੇਜ਼ ਭੇਜਣੇ ਹੁੰਦੇ ਨੇ ਜਾਂ ਫਿਰ ਜਿਹੜਾ ਪੂਰਾ ਪ੍ਰੋਸੀਜਰ ਹੁੰਦਾ ਉਹ ਪੂਰਾ ਕਰਨਾ ਹੁੰਦਾ, ਉਸ ਵਾਲੇ ਪਾਸੇ ਦਾ ਧਿਆਨ ਹੀ ਨਹੀਂ ਦਿੱਤਾ। ਗੌਰਵ ਜੀ, ਮੈਂ ਤੁਹਾਡੇ ਮਾਰਫਤ ਸਾਰੇ ਹੀ ਸਰੋਤਿਆਂ ਨੂੰ, ਪੈਨਲਿਸਟ ਸਾਹਿਬਾਨ ਨੂੰ ਤੇ ਜਿੰਨੇ ਸਾਡੇ ਪੰਜਾਬੀ ਨੇ, ਇੱਕ ਗੱਲ ਜ਼ਰੂਰ ਜ਼ਿੰਮੇਵਾਰੀ ਨਾਲ ਪੁੱਛਣਾ ਚਾਹੁੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ। ਇਹ ਔਨ ਰਿਕਾਰਡ ਗੱਲ ਹੈ, ਮੈਂ ਕੋਈ ਆਪਣੇ ਮਨ ਘੜੰਤ ਓਪੀਨੀਅਨ ਨਹੀਂ ਦੇ ਰਿਹਾ। 29 ਮਾਰਚ 2019 ਗੌਰਵ ਜੀ, ਡੇਟਾ ਧਿਆਨ ਨਾਲ ਨੋਟ ਕਰ ਲਿਓ, ਇਹ ਆਫੀਸ਼ੀਅਲ ਕਮਿਊਨੀਕੇਸ਼ਨ ਡੇਟਸ ਨੇ। 29 ਮਾਰਚ 2019, 16 ਮਾਰਚ 2020, 2021 3 ਚਿੱਠੀਆਂ ਪੰਜਾਬ ਦੀ ਸਾਬਕਾ ਟਰਾਂਸਪੋਰਟ ਮੰਤਰੀ, ਕਾਂਗਰਸ ਪਾਰਟੀ ਦੀ ਮੰਤਰੀ ਬੀਬੀ ਰਜ਼ੀਆ ਸੁਲਤਾਨ ਜੀ ਨੇ ਆਪ ਦਿੱਲੀ ਦੇ ਮੁੱਖ ਮੰਤਰੀ ਦੀਆਂ ਕਿ ਜਿਹੜੀ ਪੰਜਾਬ ਸਰਕਾਰ ਦੀ ਪੀਆਰਟੀਸੀ ਦੀ ਬੱਸਾਂ ਨੇ ਉਹਨਾਂ ਨੂੰ ਆਈਐਸਪੀਟੀ ਦੀ ਬਜਾਏ ਇੰਟਰਨੈਸ਼ਨਲ 에ਅਰਪੋਰਟ ਤੱਕ ਜਾਣ ਦੀ ਪਰਮਿਸ਼ਨ ਦਿੱਤੀ ਜਾਵੇ। ਕੋਈ ਜਵਾਬ ਨਹੀਂ ਆਇਆ ਜੀ। ਉਸ ਤੋਂ ਪਹਿਲਾਂ ਮੰਤਰੀ ਤੋਂ ਇਲਾਵਾ ਪੰਜਾਬ ਦੇ ਸੈਕਟਰੀ, ਟਰਾਂਸਪੋਰਟ ਸੈਕਟਰੀ ਕੇ ਸਿਵਾ ਪ੍ਰਸਾਦ ਆਈਐਸ ਆਫੀਸਰ ਨੇ, ਇਹ ਸਰਕਾਰੀ ਚਿੱਠੀਆਂ ਨੇ, ਉਹਨਾਂ ਦੇ ਦਫ਼ਤਰ ਤੋਂ ਕ੍ਰਾਸ ਚੈੱਕ ਕੀਤੀ ਜਾ ਸਕਦੀਆਂ ਨੇ। 6/12/2018 ਤੇ 21/8/2019 ਜੀ ਟਰਾਂਸਪੋਰਟ ਸੈਕਟਰੀ ਟੂ ਟਰਾਂਸਪੋਰਟ ਸੈਕਟਰੀ ਗਈ ਨੇ, ਆਫੀਸ਼ੀਅਲ ਕਮਿਊਨੀਕੇਸ਼ਨ ਪੰਜਾਬ ਦੇ ਟਰਾਂਸਪੋਰਟ ਸੈਕਟਰੀ ਤੋਂ ਦਿੱਲੀ ਸਰਕਾਰ ਦੇ। 3 ਗਈਆਂ ਨੇ ਰਜ਼ੀਆ ਸੁਲਤਾਨ ਮੈਡਮ ਬਤੌਰ ਮੰਤਰੀ।
ਚੌਥੀ ਚਿੱਠੀ ਰਾਜਾ ਵੜਿੰਗ ਜੀ ਨੇ 7 ਅਕਤੂਬਰ 2021 ਨੂੰ ਲਿਖੀ। ਜਦੋਂ ਇਹਨਾਂ ਦਾ ਕੋਈ ਜਵਾਬ ਨਹੀਂ ਆਇਆ ਤਾਂ ਜਾ ਕੇ 24 ਦਸੰਬਰ 2021 ਨੂੰ ਪੰਜਾਬ ਦੇ ਮੌਜੂਦਾ ਟਰਾਂਸਪੋਰਟ ਮੰਤਰੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਮੂਹਰੇ ਧਰਨਾ ਲਾਇਆ, ਸਾਨੂੰ ਮਿਲਣ ਦਾ ਟਾਈਮ ਦਿਓ। ਤੇ ਉਦੋਂ ਇਹੀ ਆਮ ਆਦਮੀ ਪਾਰਟੀ ਸਰਕਾਰ ਸੀ, ਇਹੀ ਕੇਜਰੀਵਾਲ ਜੀ ਦੇ ਮੁੱਖ ਮੰਤਰੀ ਸੀ। ਮੇਰਾ ਬੜਾ ਨੈਤਿਕ ਨਾਲ ਤੇ ਆਧਾਰ ਤੇ ਬੜੀ ਨਿਮਰਤਾ ਨਾਲ ਸਵਾਲ ਹੈ ਪੂਰੀ ਪਾਰਟੀ ਨੂੰ ਤੇ ਇਹਨਾਂ ਦੇ ਸੁਪਰੀਮੋ ਨੂੰ, ਕੀ ਮਜਬੂਰੀ ਸੀ, ਕਿਉਂ ਪਰਮਿਸ਼ਨ ਨਹੀਂ ਦਿੱਤੀ ਗਈ? ਜੇ ਕਹਿੰਦੇ ਕੋਈ ਕਾਗਜ਼ਾਂ 'ਚ ਕਮੀ ਸੀਗੀ, ਪੰਜਾਬ ਦੇ ਟਰਾਂਸਪੋਰਟ ਸੈਕਟਰੀ ਇੱਕ IAS ਅਫਸਰ ਹੈ, ਕੋਈ ਅਨਪੜ੍ਹ ਆਦਮੀ ਤਾਂ ਹੈ ਨਹੀਂ, ਉਹਨੂੰ ਚੈੱਕਲਿਸਟ ਦਿੰਦੇ ਸੀ ਜੀ ਸੈਕਟਰੀ ਸਾਹਿਬ ਇਹ ਕਾਗਜ਼ ਪੂਰੇ ਕਰਕੇ ਲਿਆਓ। ਇਹ ਸਿਰਫ ਔਰ ਸਿਰਫ ਪ੍ਰੋਪੇਗੰਡਾ ਤੇ ਇਲੈਕਸ਼ਨ ਸਟੰਟ ਬਣਾ ਕੇ ਅੱਜ ਇਹ ਪੂਰੀ ਐਡੀ ਡਰਾਮੇਬਾਜ਼ੀ ਰਚ ਰਹੇ ਨੇ। ਇਹਨਾਂ ਦੀ ਨਲਾਇਕੀ ਕਰਕੇ ਅੱਜ ਤੱਕ ਟਰਾਂਸਪੋਰਟ ਦੀ ਪੰਜਾਬ ਦੀ ਜਿਹੜੀ ਬੱਸਾਂ ਨੇ ਹਵਾਈ ਅੱਡੇ ਨਹੀਂ ਚੱਲੀਆਂ ਤੇ ਪੰਜਾਬੀਆਂ ਨੂੰ ਤੇ ਲੋਕਾਂ ਨੂੰ ਮੂਰਖ ਬਣਾ ਰਹੇ ਨੇ। ਅਸਲ ਗੱਲ ਤਾਂ ਇਹ ਹੈ। ਠੀਕ ਹੈ, ਚਲੋ ਮੈਂ ਜਵਾਬ ਲੈ ਲਵਾਂ ਕਿਉਂਕਿ ਹੁਣ ਤੱਕ ਇਹੀ ਪੁਆਇੰਟ ਸਭ ਦੇ ਸਾਹਮਣੇ ਸੀ ਜੋ ਰੱਖਿਆ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਕਿ ਕੋਈ ਚਿੱਠੀ ਨਹੀਂ ਭੇਜੀ ਗਈ। ਆਹਲੂਵਾਲੀਆ ਜੀ, ਬਾਕੀ ਤੁਸੀਂ ਜਵਾਬ ਦੋਗੇ। ਸ਼ੁਰੂਆਤ ਇੱਥੋਂ ਤੁਸੀਂ ਕਹਿ ਰਹੇ ਸੀ ਕਿ ਰੌਲਾ ਪਾਇਆ ਗਿਆ ਪਰ ਕੋਈ ਕਾਗਜ਼ੀ ਕਾਰਵਾਈ ਨਹੀਂ ਕੀਤੀ ਗਈ। ਮੈਂ ਜਵਾਬ ਦੇ ਰਿਹਾ। ਅੱਜ ਬੜੇ ਵਧੀਆ ਸਿਸਟਮ ਨਾਲ ਇਹਨਾਂ ਨੇ ਦੱਸਿਆ ਕਿ ਜੀ ਅਸੀਂ ਏਦਾਂ ਇਹਨਾਂ ਨੂੰ ਚਿੱਠੀ ਲਿਖਦੇ ਰਹੇ। ਏਦਾਂ ਹੈ, ਇੱਕ ਨੋਰਮਸ ਹੈਗੇ ਨੇ, ਉਹ ਨੋਰਮਸ ਦੇ ਤਹਿਤ ਇਹਨਾਂ ਨੇ ਅੱਜ ਤੱਕ ਕੋਈ ਚਿੱਠੀ ਨਹੀਂ ਦਿੱਤੀ। ਅੱਜ ਇੱਥੇ ਬੈਠ ਕੇ ਕਹਿ ਰਹੇ ਨੇ, ਇਹਨਾਂ ਦਾ ਇੱਕ ਮਿਨਿਸਟਰ ਕਹਿੰਦਾ ਹੈ ਕਿ ਮੇਰਾ ਪਿਛਲਾ ਟਰਾਂਸਪੋਰਟ ਮਿਨਿਸਟਰ ਦੇ ਟਾਈਮ ਦੇ ਉੱਤੇ ਰੈਵਨਿਊ ਘੱਟ ਸੀ, ਮੇਰੇ ਟਾਈਮ ਜ਼ਿਆਦਾ ਸੀ। ਰੈਵਨਿਊ ਘੱਟ ਸੀਗਾ ਜਦ ਤੁਸੀਂ ਪ੍ਰੋਪਰ ਕਮਿਊਨੀਕੇਸ਼ਨ ਨੂੰ ਸਮਝਦੇ ਹੀ ਨਹੀਂ, ਚਿੱਠੀਆਂ ਨੂੰ ਪਾਉਂਦੇ ਹੀ ਨਹੀਂ, ਕਹਿੰਦੇ ਰਹੋ ਕਿ ਜੀ ਮੈਂ 3 ਚਿੱਠੀਆਂ ਦਾ ਜਵਾਬ। ਮੈਂ ਕਹਿੰਦਾ ਉਹਨਾਂ ਨੇ ਮਾਨ ਸਾਹਿਬ ਨੇ ਜਿਹੜਾ ਸਿਸਟਮ ਪਹਿਲਾਂ ਆ ਕੇ ਪ੍ਰੋਬਲਮ ਨੂੰ ਸਮਝਿਆ, ਉਹਨਾਂ ਨੇ ਕਿਹਾ ਬਈ ਇਹ ਬੱਸਾਂ ਜਿਹੜੀਆਂ ਨੇ ਇਹ ਚੱਲ ਨਹੀਂ ਸਕਦੀਆਂ। ਉਹਨਾਂ ਨੇ ਮਾਨ ਸਾਹਿਬ ਨੇ ਪਹਿਲਾਂ ਕਿਹਾ ਵੀ ਪਹਿਲਾਂ ਬੱਸਾਂ ਆਰਡਰ ਕਰੋ, ਨਹੀਂ ਤਾਂ ਪਹਿਲੇ ਦਿਨ ਹੀ ਕਰ ਦਿੰਦੇ। ਉਹਨਾਂ ਨੇ ਬੱਸਾਂ ਆਰਡਰ ਕੀਤੀਆਂ, ਬੱਸਾਂ ਆ ਗਈਆਂ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਹੁਣ ਪਰਮਿਸ਼ਨ ਅਪਲਾਈ ਕਰੋ। ਉਸ ਤੋਂ ਬਾਅਦ ਪਰਮਿਸ਼ਨ ਅਪਲਾਈ, ਉਸ ਤੋਂ ਬਾਅਦ ਜਾ ਕੇ ਸਾਰਾ ਪ੍ਰੋਸੀਜਰ ਹੋਇਆ। ਅੱਜ ਇੱਥੇ ਬੈਠ ਕੇ ਬਾਰ-ਬਾਰ ਦਾਅਵੇ ਤੇ ਦਾਅਵਾ ਕਾਂਗਰਸ ਕਰ ਰਹੀ ਹੈ। ਕਾਂਗਰਸ ਅਗਰ ਇਹ ਚਾਹੁੰਦੀ ਤੇ ਇਹ ਪ੍ਰੋਬਲਮ ਤਾਂ ਬਹੁਤ ਜਲਦੀ ਸੋਲਵ ਹੋ ਜਾਂਦੀ। ਅਸੀਂ ਇਹ ਮੰਨਦੇ ਵੀ ਅਕਾਲੀ ਦਲ ਕਾਂਗਰਸ BJP ਤਾਂ ਕਰਨਾ ਹੀ ਨਹੀਂ ਚਾਹੁੰਦੀ ਸੀਗੀ ਕਿਉਂਕਿ ਉਹਨਾਂ ਦੀ ਪਰਸਨਲ ਬੱਸਾਂ ਸੀਗੀਆਂ, ਲੇਕਿਨ ਇਹ ਕਾਂਗਰਸ ਤਾਂ ਕਰ ਸਕਦੀ ਸੀਗੀ। ਪਰ ਉਹ 60-40 ਵਾਲਾ ਜਿਹੜਾ ਸਿਸਟਮ ਇਹਨਾਂ ਦਾ ਚੱਲਦਾ ਰਿਹਾ ਉਹਦੇ ਤਹਿਤ ਇਹਨਾਂ ਨੇ ਕੰਮ ਨਹੀਂ ਕੀਤਾ। ਦਾਅਵਾ ਕਰ ਰਹੇ ਨੇ ਕਿ ਟਰਾਂਸਪੋਰਟ ਸਰਕਾਰ ਤੁਹਾਡੀ ਸੀਗੀ, ਮੁੱਖ ਮੰਤਰੀ ਤੁਹਾਡਾ ਸੀਗਾ। ਤੁਸੀਂ ਕਹਿੰਦੇ ਨੋਰਮਸ ਨਾਲ ਬਾਬਾ ਜੀ ਆਹਲੂਵਾਲੀਆ ਜੀ ਇੱਕ ਕਰਕੇ ਲੋਕਾਂ ਨੂੰ ਸਮਝ ਆਵੇ ਗੱਲ। ਮੈਂ ਕਹਿ ਰਿਹਾ, ਇਹ ਕਹਿ ਰਹੇ ਚਿੱਠੀਆਂ ਭੇਜੀਆਂ, ਅਸੀਂ ਸਿਸਟਮ ਕੀਤਾ, ਅਸੀਂ ਕਮਿਊਨੀਕੇਸ਼ਨ ਕੀਤੀਆਂ। ਇਹ ਦੱਸ ਦੇਣ ਕਿ ਵੀ ਅਸੀਂ ਇੰਨੀਆਂ ਸਿਸਟਮ ਨੂੰ ਅੰਦਰ ਬੱਸਾਂ ਦੇ ਨੋਰਮਸ ਪੂਰੇ ਕਰਤੇ, ਫਿਰ ਸਾਨੂੰ ਪਰਮਿਸ਼ਨ ਨਹੀਂ ਦਿੱਤੀ। ਉਸ ਤੋਂ ਬਾਅਦ ਸਿੱਧਾ ਕੋਰਟ ਜਾਂਦੇ, ਵੈਸੇ ਹੀ ਪਰਮਿਸ਼ਨ ਮਿਲ ਜਾਂਦੀ। ਇਸ ਕਰਕੇ ਇੱਥੇ ਚੈਨਲਾਂ ਤੇ ਬੈਠ ਕੇ ਰਾਜਨੀਤੀ ਕਰਨੀ ਬੰਦ ਕਰ ਦਿਓ। ਜੇ ਤੁਸੀਂ ਕੰਮ ਕਰਨਾ ਹੁੰਦਾ ਤੁਹਾਡੇ ਕੋਲ ਬਾਬਾ ਜੀ ਦੇਖੋ, ਠੀਕ ਹੈ ਆਹਲੂਵਾਲੀਆ ਤੁਹਾਡਾ ਪੁਆਇੰਟ ਆ ਗਿਆ। ਬਾਬਾ ਜੀ ਇਹ ਪੁਆਇੰਟ ਤਾਂ ਹੈ ਕਿ ਜੇਕਰ ਨਹੀਂ, ਬਾਬਾ ਜੀ ਇੱਕ ਸੈਕਿੰਡ, ਜੇ ਮੇਰਾ ਸਵਾਲ ਸੁਣੋ ਇੱਕ ਵਾਰੀ। ਦੇਖੋ ਇੱਕ ਚੀਜ਼ ਤਾਂ ਹੈ ਕਿ ਜੇਕਰ ਇੱਕ ਚਿੱਠੀ ਗਈ, ਦੂਜੀ ਗਈ, ਤੀਜੀ ਗਈ, ਚੌਥੀ ਗਈ, ਨਹੀਂ ਕੋਈ ਰਿਸਪੌਂਸ ਆ ਰਿਹਾ ਜਾਂ ਨਹੀਂ ਕੋਈ ਐਕਸ਼ਨ ਹੋ ਰਿਹਾ ਤਾਂ ਫਿਰ ਅਗਲਾ ਸਟੈਪ ਹੁੰਦਾ ਨਾ ਕਿ ਅਗਲਾ ਸਟੈਪ ਸਰਕਾਰਾਂ ਨੇ ਕੀ ਚੁੱਕਣਾ ਹੈ, ਕਿ ਉਸ ਦੇ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਗਿਆ। ਤੇ ਉਹ ਵੀ ਦਾਅਵਾ ਕਰ ਰਹੇ ਨੇ ਕਿ ਜੋ ਪ੍ਰੋਸੀਜਰ ਹੁੰਦਾ ਉਹ ਨਹੀਂ ਅਪਣਾਇਆ ਗਿਆ, ਇੱਕ ਚਿੱਠੀ ਲਿਖ ਦਿੱਤੀ ਗਈ ਬਸ। ਗੌਰਵ ਜੀ 2020 ਤੋਂ ਲੈ ਕੇ 22 ਤੱਕ ਪੂਰਾ ਹਿੰਦੁਸਤਾਨ ਬੈਕ ਟੂ ਬੈਕ ਲਾਕਡਾਊਨ ਦੇ ਵਿੱਚ ਰਿਹਾ ਕਰੋਨਾ ਦੇ। ਅਸੀਂ ਸਾਰੇ ਜਾਣਦੇ ਹਾਂ ਜੁਡੀਸ਼ਰੀ ਵਰਚੁਅਲੀ ਆਪਰੇਟ ਕਰ ਰਹੀ ਸੀਗੀ, ਜੱਜਾਂ ਕੋਲ ਵੈਸੇ ਨਹੀਂ ਟਾਈਮ ਮਿਲਦੇ ਸੀਗੇ। ਪੰਜਾਬ ਦੀ ਸਿਆਸਤ ਇਹੋ ਜਿਹੀ ਪੱਕੀ ਹੋਈ ਸੀ ਉਸ ਮਾਹੌਲ ਦੇ ਵਿੱਚ, ਸਰਕਾਰ ਬਦਲ ਕੇ ਨਵਾਂ ਮੰਤਰੀ, ਜਦੋਂ ਜਿੰਨਾ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਟਾਈਮ ਮਿਲਿਆ, ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਜੀ ਨੇ, ਮੇਰੀ ਗੱਲ ਸੁਣੋ ਗੌਰਵ ਜੀ, ਤੁਸੀਂ ਸਿਆਣੇ ਹੋ, ਗਵਰਨਮੈਂਟ ਟੂ ਗਵਰਨਮੈਂਟ ਕੰਟਰੈਕਟ ਹੁੰਦੇ ਆ ਜਾਂ ਕਮਿਊਨੀਕੇਸ਼ਨ ਹੁੰਦਾ ਹੈ। ਇਹੋ ਜੀ ਕਿਹੜੀ ਕਮਿਊਨੀਕੇਸ਼ਨ ਦੀ ਕਮੀ ਸੀਗੀ ਜੇ ਪੰਜਾਬ 'ਚ ਕੋਈ ਅਫਸਰ ਜਾਂ ਤਾਂ ਇਹ ਹੈ ਕਿ ਇਹ ਕਹਿ ਦੇਣ ਇਹ ਗੱਲ ਕਿ ਪੰਜਾਬ ਦੇ ਇੱਕੋ ਹੀ ਇਮਤਿਹਾਨ ਹੈ UPSC ਦਾ, ਉਸੇ ਨੂੰ ਪਾਸ ਕਰਕੇ IAS ਅਫਸਰ ਬਣਦੇ, ਇੱਕੋ ਅਕੈਡਮੀ ਤੋਂ ਟ੍ਰੇਨ ਹੁੰਦੇ ਆ। ਅੱਧੇ ਦਿੱਲੀ ਚਲੇ ਗਏ, ਅੱਧੇ ਪੰਜਾਬ ਆ ਗਏ। ਹੁਣ ਇਹਦੇ ਪਿੱਛੇ ਜੀ MOU ਕਰਕੇ ਦੁਬਾਰਾ ਫਿਰ ਬਿਊਰੋਕ੍ਰੇਸੀ ਦੇ ਮੂੰਹ ਤੇ ਕਾਲਾ ਪੱਥਰ ਦੀ ਕੋਸ਼ਿਸ਼ ਕੀਤੀ ਕਿ ਦਿੱਲੀ ਵਾਲੇ ਜ਼ਿਆਦਾ ਕਾਬਲ ਅਫਸਰ ਨੇ ਪੰਜਾਬ ਦੇ ਅਫਸਰਾਂ ਨੂੰ ਸਿਖਾਉਣ। ਗੱਲ ਦਿੱਲੀ ਚਾਹੁੰਦੇ ਆ ਇਹ ਜਿਹੜੀ ਬਾਤ। ਤੁਹਾਡੀ ਆਵਾਜ਼ ਥੋੜੀ ਫਿਰ ਬ੍ਰੇਕ ਹੋ ਰਹੀ ਹੈ, ਟੈਕਨੀਕਲ ਇਸ਼ੂ, ਨੈਟਵਰਕ ਇਸ਼ੂ ਲੱਗ ਰਿਹਾ ਦੁਬਾਰਾ। ਅਮਿਤ ਜੀ ਗੌਰਵ ਜੀ ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ। ਆਹਲੂਵਾਲੀਆ ਸਾਹਿਬ ਇਕੱਠਾ ਜਵਾਬ ਦਿਓ, ਆਪਾਂ ਬਾਕੀ ਸਾਰੇ ਮਹਿਮਾਨਾਂ ਨੂੰ ਇਕੱਠੇ ਨਾਲ ਜੋੜਨਾ। ਜੈਬੰਸ ਜੀ, ਇੱਕ ਗਲੇ ਉਤਰ ਰਹੀ ਹੈ ਦੋਵੇਂ ਪਾਸੇ ਤੋਂ ਜਿਹੜੀ ਇਸ ਸਮੇਂ ਦਲੀਲ ਦਿੱਤੀ ਜਾ ਰਹੀ ਹੈ। ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ, ਉਹ ਕਹਿ ਰਹੇ ਨੇ ਕਿ ਅਸੀਂ ਚਿੱਠੀਆਂ ਲਿਖੀਆਂ, ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਕਹਿ ਰਹੇ ਨੇ ਕਿ ਜਿਹੜਾ ਪ੍ਰੋਸੈਸ ਪੂਰਾ ਪ੍ਰੋਸੀਜਰ ਆ ਉਸ ਨੂੰ ਅਪਣਾਇਆ ਨਹੀਂ ਗਿਆ।
ਮੈਂ ਜੀ ਅਮਿਤ ਬਾਵਾ ਜੀ ਦੀ ਹੀ ਗੱਲ ਖਤਮ ਕਰ ਦੇਣਾ ਉਹਨਾਂ ਦੇ ਵੱਲੋਂ ਕਿ ਇਨ ਦਾ ਸੈਂਸ ਕਿ ਬਿਲਕੁਲ ਸਹੀ ਕਹਿ ਰਹੇ ਨੇ ਉਹ ਕਿ ਮਿਨਿਸਟਰ ਟੂ ਮਿਨਿਸਟਰ ਦੇ ਲੈਵਲ ਦੇ ਉੱਤੇ ਜਦੋਂ ਕਮਿਊਨੀਕੇਸ਼ਨ ਹੁੰਦੀ ਹੈ ਉਹਦੇ ਵਿੱਚ ਕੋਈ ਨੋਰਮ, ਇਹ ਕੋਈ ਐਪਲੀਕੇਸ਼ਨ ਨਹੀਂ ਹੈ ਜਿਹਨੂੰ ਭਰ ਕੇ ਤੁਸੀਂ ਪਾਣਾ ਹੈ ਆਨਲਾਈਨ ਕਿ ਦੋ ਇਹਦੇ ਵਿੱਚ ਗਲਤੀਆਂ ਹੋ ਗਈਆਂ ਤੇ ਉਹ ਐਪਲੀਕੇਸ਼ਨ ਰਿਜੈਕਟ ਹੋ ਜਾਏਗੀ। ਅਗਰ ਪੋਲੀਟੀਕਲ ਵਿਲ ਹੁੰਦੀ ਹੈ ਕਿਸੇ ਕੰਮ ਕਰਨ ਦੀ ਤੇ ਉਹ ਕੰਮ 10 ਮਿੰਟਾਂ 'ਚ ਹੋ ਜਾਂਦਾ ਹੈ, ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਕਿ ਹੁਣ ਵੀ ਪੋਲੀਟੀਕਲ ਵਿਲ ਹੈਗੀ ਸੀਗੀ ਤੇ ਇਹਨਾਂ ਨੇ 10 ਮਿੰਟ 'ਚ ਕਰ ਦਿੱਤਾ। ਆਈਐਸ ਅਫਸਰ ਤੇ ਸੇਮ ਹੀ ਸੀਗੇ ਦੋਵੇਂ ਪਾਸੇ ਜੋ ਪਹਿਲੇ ਸੀਗੇ, ਹੁਣ ਪੋਲੀਟੀਕਲ ਵਿਲ ਸੀਗੀ ਤੇ ਹੁਣ ਇਹਦਾ ਬੈਕਗ੍ਰਾਉਂਡ ਇਹਦਾ ਟਾਈਮਿੰਗ ਦੇਖੋ, ਪੋਲੀਟੀਕਲ ਟਾਈਮਿੰਗ ਇਹਦਾ ਦੇਖੋ। ਇਹਨਾਂ ਨੇ ਮਤਲਬ ਰਾਈਟ ਬਿਫੋਰ ਦਾ ਸੰਗਰੂਰ ਇਲੈਕਸ਼ਨ ਏਡੀ ਛੇਤੀ ਕੀਤੀ ਹੈ, ਏਡੀ ਜਲਦੀ, ਪਤਾ ਨਹੀਂ ਉਹ ਚੰਗੀਆਂ ਬੱਸਾਂ ਨੂੰ ਬਣਾਇਆ ਵੀ ਹੈ ਕਿ ਕੈਸੀਆਂ ਬਣਾਤੀਆਂ ਨੇ ਜਲਦੀ 'ਚ ਕਿ ਆ ਕੇ ਅਰਵਿੰਦ ਕੇਜਰੀਵਾਲ ਜੀ ਜਲੰਧਰ ਦੇ ਵਿੱਚ ਆ ਕੇ ਇਹ ਇੱਕ ਸੰਬੋਧਨ ਕਰਕੇ ਤੇ ਆਪਣੀ ਸਪੀਚ ਦੇ ਸਕਣ। ਇਸ ਪੂਰੇ ਇਨੀਸ਼ੀਏਟਿਵ ਦੇ ਵਿੱਚ ਮਨਸ਼ਾ ਹੀ ਏਡੀ ਹੈਗੀ ਹੈ। ਤੇ ਬਾਕੀ ਜਿਹੜਾ ਕਸੂਰਵਾਰ ਦੀ ਗੱਲ ਕਰਦੇ ਨੇ ਕਿ ਕਿਹੜਾ ਕਸੂਰਵਾਰ ਹੈ, ਸਾਰਾ ਟਾਈਮ ਮੈਨੂੰ ਇਹ ਦੱਸਣ ਕਿ ਜਿਹੜਾ ਲਾਰੈਂਸ ਬਿਸ਼ਨੋਈ ਉੱਥੇ ਬਹਿ ਕੇ ਤੇ ਏਡੀ ਜ਼ਿਆਦਾ ਉਹ ਤਿਹਾੜ ਜੇਲ੍ਹ ਦੇ ਵਿੱਚ ਬਹਿ ਕੇ ਏਡੀ ਵੱਡੀ ਕਨਸਪੀਰੇਸੀ ਕਰ ਰਿਹਾ ਸੀਗਾ ਜਿਹਦੇ ਵਿੱਚ ਉਹ ਲੱਖਾਂ ਰੁਪਏ ਕਰੋੜਾਂ ਰੁਪਏ ਖਰਚ ਕੇ ਉਹਨੇ ਸਿੱਧੂ ਮੂਸੇਵਾਲਾ ਦਾ ਮਰਡਰ ਜਿਹੜਾ ਉਹ ਪਲਾਨ ਕਰ ਦਿੱਤਾ ਤੇ ਉਹ ਵੀ ਤੇ ਕੇਜਰੀਵਾਲ ਜੀ ਤੇ ਥੱਲੇ ਆਉਂਦਾ ਨਾ ਜੇਲ੍ਹ ਜਿਹੜਾ ਹੈਗਾ, ਹੀ ਇਜ਼ ਦਾ ਹੋਮ ਮਿਨਿਸਟਰ। ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਉੱਥੇ ਇਹ ਕੰਮ ਹੋ ਰਿਹਾ ਤੇ ਬਾਅਦ ਦੇ ਵਿੱਚ ਇਹ ਕਹਿ ਦਿੰਦੇ ਨੇ ਕਿ ਅਸੀਂ ਸਾਰੇ ਮਾਫੀਆ ਖਤਮ ਕਰੀ ਜਾ ਰਹੇ ਹਾਂ। ਤੇ ਦੋ ਸਾਈਡ ਦੀਆਂ ਗੱਲਾਂ ਸਡਨਲੀ ਨਹੀਂ ਨਾ ਕਰ ਦੇਣੀਆਂ ਚਾਹੀਦੀਆਂ। ਜਾਂ ਨਹੀਂ ਤੁਹਾਨੂੰ ਲੱਗਦਾ ਕਿ ਮਾਫੀਆ ਹੋਲਿਸਟਿਕ ਅਪਰੋਚ ਲਓ ਜੀ? ਨਹੀਂ ਦੇਖੋ, ਇੱਕ ਤਾਂ ਆਪਾਂ ਕੋਸ਼ਿਸ਼ ਕਰੀਏ ਕਿ ਡੀਰਿਲ ਨਾ ਹੋ ਜਾਏ, ਮਸਲਾ ਹੋਰ ਪਾਸੇ ਨਾ ਚਲਾ ਜਾਏ, ਪਰ ਜੈਬੰਸ਼ ਜੀ ਤੁਹਾਨੂੰ ਲੱਗਦਾ ਕਿ ਇਸ ਦੇ ਨਾਲ ਮਾਫੀਆ ਖਤਮ ਨਹੀਂ ਹੋਇਆ? ਬਿਲਕੁਲ, ਮਾਫੀਆ ਤੇ ਹਜੇ ਖਤਮ ਕਰਨ ਦਾ ਕੰਮ ਸ਼ੁਰੂ ਵੀ ਨਹੀਂ ਹੋਇਆ। ਨਹੀਂ ਦੇਖੋ, ਇੱਕ ਪਾਸੇ ਜੇ ਮਾਫੀਆ ਕਿਹਾ ਜਾਵੇ ਕਿ ਜਿਹੜਾ ਪ੍ਰਾਈਵੇਟ ਬੱਸਾਂ ਵਾਲਾ ਹੈ ਕਿ ਜੇ ਉਹ 2500 ਰੁਪਏ ਜਾਂ 3000 ਰੁਪਏ ਲੈ ਰਿਹਾ ਇੱਕ ਟਿਕਟ ਤੇ, ਹੁਣ ਉਹੀ ਸਰਕਾਰੀ ਬੱਸ ਦੇ ਵਿੱਚ ਕੋਈ 1000-1200 ਰੁਪਏ ਜਾ ਰਿਹਾ ਹੈ ਤਾਂ ਮਾਫੀਆ ਵਾਲੀ ਬੱਸ ਦੇ ਵਿੱਚ ਚੜੇਗਾ ਕੌਣ? ਜੇ ਉਹ ਮਾਫੀਆ ਹੈ, ਜੋ ਸਰਕਾਰੀ ਨੋਰਮਸ ਪੂਰਾ ਕਰ ਰਿਹਾ, ਇੱਕ ਅਲੱਗ ਗੱਲ ਹੈ। ਗੌਰਵ ਜੀ, ਇਹ ਬੱਸਾਂ ਪਹਿਲੇ 40 ਨਹੀਂ ਸੀ ਰਹੀਆਂ ਤੇ 2500 ਤੇ 2000 ਕੋ ਕਿਹੜੀ ਬੱਸ ਤੋਂ ਲੈ ਰਿਹਾ ਸੀਗਾ ਤੇ ਕਿੱਥੇ ਜਾ ਰਹੀਆਂ ਸੀਗੀਆਂ ਬੱਸਾਂ? ਇਹ ਤੇ ਬੱਸਾਂ ਹੀ ਇਹਨਾਂ ਨੇ ਬੰਦ ਕੀਤੀਆਂ ਹੋਈਆਂ ਸੀਗੀਆਂ। ਲੋਕ ਤੇ ਟੈਕਸੀ ਦੇ ਵਿੱਚ ਆ ਰਹੇ ਸੀਗੇ। ਉਹ ਸਗੋਂ ਨਹੀਂ, ਉਹ ਕਹਿ ਰਹੇ ਕਿ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਸੀ, ਪ੍ਰਾਈਵੇਟ ਬੱਸਾਂ ਚੱਲ ਰਹੀਆਂ ਸੀ, ਉਹਨਾਂ ਦਾ ਕੰਮ ਖਰਾਬ ਕਰਤਾ ਇਹਨਾਂ ਨੇ ਜੀ। ਬੱਸਾਂ ਤੇ ਇਹਨਾਂ ਨੇ ਚੱਲਣ ਹੀ ਨਹੀਂ ਦਿੱਤੀਆਂ ਉੱਥੇ। ਤੇ ਕਿਹੜਾ ਮਾਫੀਆ ਬੰਦ ਹੋਇਆ ਮੈਨੂੰ ਦੱਸੋ? ਪਿਛਲੇ 5 ਸਾਲ ਤੋਂ 6 ਸਾਲ ਤੋਂ ਬੱਸਾਂ ਨਹੀਂ ਚੱਲ ਰਹੀਆਂ, ਮੈਂ ਦੱਸਦੇ ਰਿਹਾ ਤੁਹਾਨੂੰ ਜੀ। ਨਹੀਂ, ਉਹ ਪ੍ਰਾਈਵੇਟ ਬੱਸਾਂ ਦਾ ਜ਼ਿਕਰ ਹੋ ਰਿਹਾ, ਤੁਸੀਂ ਕਹਿ ਰਹੇ ਹੋ ਕਿ ਪ੍ਰਾਈਵੇਟ ਬੱਸਾਂ ਵੀ ਨਹੀਂ ਜਾ ਰਹੀਆਂ ਸੀ? ਨਹੀਂ ਚੱਲਦੀਆਂ ਗੌਰਵ ਜੀ, ਪ੍ਰਾਈਵੇਟ ਬੱਸਾਂ ਵੀ देयर इज नो ਪ੍ਰਾਈਵੇਟ ਬੱਸ ਗੋਇੰਗ ਆਊਟਸਾਈਡ ਆਫ ਦੀ ਕੀ ਕਹਿੰਦੇ ਨੇ 에ਅਰਪੋਰਟ। ਠੀਕ ਹੈ ਆਲੂਵਾਲੀਆ ਜੀ, ਭੁੱਲਰ ਜੀ ਥੋੜਾ ਜਿਹਾ ਇੰਤਜ਼ਾਰ ਕਰਿਓ, ਮੈਂ ਤੁਹਾਡੇ ਕੋਲ ਆਉਣਾ, ਇੱਥੇ ਜਵਾਬ ਜ਼ਰੂਰੀ ਹੈ। ਆਲੂਵਾਲੀਆ ਜੀ, ਕਿਹੜੇ ਮਾਫੀਆ ਦਾ ਜ਼ਿਕਰ ਕਰ ਰਹੇ ਹੋ ਸਰ ਤੁਸੀਂ ਜੇ ਪ੍ਰਾਈਵੇਟ ਬੱਸਾਂ ਦੀ 에ਅਰਪੋਰਟ ਨਹੀਂ ਜਾ ਰਹੀਆਂ ਸੀ? ਅੱਜ ਵੀ ਬੀਜੇਪੀ ਵਾਲੇ ਅਕਾਲੀ ਦਲ ਦਾ ਸਾਥ ਦੇਣ ਤੋਂ ਨਹੀਂ ਹਟ ਰਹੇ। ਦੇਖੋ ਬੜਾ ਕਲੀਅਰਲੀ ਸਾਰੀ ਦੁਨੀਆ ਨੂੰ ਪਤਾ ਹੈ ਕਿ ਇੰਡੋ ਕੈਨੇਡੀਅਨ ਬੱਸ ਕਿਹਦੀ ਹੈ, ਰੋਜ਼ ਜਾ ਰਹੀ ਹੈ, ਰੋਜ਼ ਕਿੰਨੀਆਂ ਬੱਸਾਂ ਜਾ ਰਹੀਆਂ ਸੀ। ਕਾਂਗਰਸ ਵਾਲੇ ਨਹੀਂ ਜਾ ਰਹੀਆਂ ਪਿਛਲੇ 5 ਸਾਲ ਤੋਂ, ਬੀਜੇਪੀ ਵਾਲਿਆਂ ਨੇ ਅੱਜ ਵੀ ਉਹਨਾਂ ਨੂੰ ਕਿਹੜੇ ਪ੍ਰੋਪਗੈਂਡਾ ਕਰਦੇ ਰਹਿੰਦੇ ਨੇ। ਐਂਟੀ ਪੰਜਾਬ ਲੋਕ ਕੋਈ ਬੱਸ ਨਹੀਂ ਜਾ ਰਹੀ ਗੌਰਵ ਜੀ। ਲੋਕ ਨੇ ਅੱਜ ਇਹ ਗੱਲਾਂ ਕਰਦੇ ਜਿੱਥੇ ਰੇਟ ਘਟਾਤੇ ਆਮ ਆਦਮੀ ਪਾਰਟੀ ਨੇ, ਜਿੱਥੇ ਸਰਕਾਰ ਦੇ ਬੱਸਾਂ ਦੇ ਸਿਸਟਮ ਨੂੰ ਖੜਾ ਕਰਨ ਤੇ ਲੱਗੀ ਹੋਈ ਹੈ, ਪਰ ਇਹ ਲੋਕ ਇਹ ਕਹਿ ਰਹੇ ਕਦੀ ਹੈਲੀਕਾਪਟਰ ਤੇ ਲੈ ਜਾਂਦੇ, ਕਦੀ ਕਿੱਥੇ ਗੱਲ ਲੈ ਜਾਂਦੇ, ਪਰ ਇਹ ਨਹੀਂ ਗੱਲ ਕਰ ਸਕਦੇ ਕਿ ਵੀ ਚੰਗਾ ਸਟੈਪ ਚੱਕਿਆ ਆਮ ਆਦਮੀ ਪਾਰਟੀ ਨੇ। ਸਾਰੇ ਪੰਜਾਬ ਦੇ ਲੋਕੀ ਖੁਸ਼ ਨੇ। ਤੁਸੀਂ ਇੱਕ ਪੁਆਇੰਟ ਤੇ ਤੁਸੀਂ ਕਹਿ ਰਹੇ ਹੋ ਕਿ ਵੈਲਕਮ ਕਰਨ ਵਿਰੋਧੀ ਪਾਰਟੀਆਂ। ਨਹੀਂ, ਵਿਰੋਧੀ ਪਾਰਟੀ ਨੂੰ ਵੈਲਕਮ ਕਰਨਾ ਚਾਹੀਦਾ ਹੈ। ਇੱਕ ਗੱਲ ਦੱਸੋ, ਇੱਕ ਚੀਜ਼ ਜਿਹੜੀ ਹੈਗੀ ਹੈ 3500 ਤੋਂ 1100 ਰੁਪਏ ਤੇ ਆ ਗਈ, ਖਰਚੇ ਘਟ ਰਹੇ, ਪਰ ਹੁਣ ਇਹ ਤਸਦੀਕ ਕੌਣ ਕਰੇਗਾ ਕਿ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਸੀ ਜਾਂ ਨਹੀਂ ਚੱਲ ਰਹੀਆਂ ਸੀ? ਤੁਸੀਂ ਕਹਿ ਰਹੇ ਹੋ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਸੀ, ਜੈਬੰਸ਼ ਜੀ ਕਹਿ ਰਹੇ ਪ੍ਰਾਈਵੇਟ ਬੱਸਾਂ ਨਹੀਂ ਚੱਲ ਰਹੀਆਂ ਸੀ। ਸਰ ਤੁਹਾਡੇ ਚੈਨਲ ਨੇ ਦਿਖਾਇਆ ਹੈਗਾ ਕਿ ਇੰਡੋ ਕੈਨੇਡੀਅਨ ਤੇ ਕਿਵੇਂ ਕਾਂਗਰਸ ਵਾਲੇ ਰੋਕ ਕੇ ਖੜੇ ਰਹਿੰਦੇ ਸੀਗੇ, ਕਿਉਂ ਨਹੀਂ ਚੱਲ ਰਹੀਆਂ ਸੀਗੀਆਂ। ਸਾਰੇ ਪੰਜਾਬ ਨੂੰ ਪੂਰੇ ਦੇਸ਼ ਨੂੰ ਪਤਾ ਹੈ। ਅੱਜ ਇੱਥੇ ਤਾਂ ਮੁੱਕਰ ਹੀ ਗਏ, ਕਿਉਂ ਕਰੇ ਬੀਜੇਪੀ ਦੇ ਅਕਾਲੀ ਦਲ ਦਾ ਪਿਆਰ ਖਤਮ ਹੋ ਰਿਹਾ, ਹੋਰ ਕੋਈ ਗੱਲ ਨਹੀਂ ਹੈ। ਠੀਕ ਹੈ, ਚਲੋ ਮੈਂ ਇੱਕ ਵਾਰੀ ਭੁੱਲਰ ਸਾਹਿਬ ਦਾ ਰੁਕ ਕਰਾਂ, ਫਿਰ ਤੁਸੀਂ ਦੁਬਾਰਾ ਜਵਾਬ ਦਿਓ। ਹਰਜੀਤ ਭੁੱਲਰ ਜੀ, ਦੇਖੋ ਅਰਵਿੰਦ ਕੇਜਰੀਵਾਲ ਦੀ ਇੱਕ ਸਟੇਟਮੈਂਟ ਹੈ ਜਿਹੜੀ ਤੁਸੀਂ ਇਨਫੈਕਟ ਸੁਣੀ ਵੀ ਹੋਏਗੀ। ਉਹ ਕਹਿ ਰਹੇ ਨੇ ਕਿ ਅਫਸਰ ਉਹੀ ਨੇ, ਸਰਕਾਰਾਂ ਦੇ ਵਿੱਚ ਬਸ ਲੀਡਰ ਬਦਲ ਗਏ ਔਰ ਉਸ ਦਾ ਨਤੀਜਾ ਦੇਖੋ ਕਿ ਕੁਝ ਹੀ ਦਿਨਾਂ ਦੇ ਵਿੱਚ ਸਭ ਕੁਝ ਆਲ ਇਜ਼ ਵੈਲ ਹੋ ਗਿਆ। ਪੁਆਇੰਟ ਨੰਬਰ 1, ਇਸ ਦੇ ਉੱਤੇ ਤੁਹਾਡਾ ਰਿਐਕਸ਼ਨ ਚਾਹੂੰਗਾ। ਤੇ ਦੂਜਾ, ਮਾਫੀਆ ਤੁਹਾਨੂੰ ਲੱਗਦਾ ਕਿ ਨਹੀਂ ਖਤਮ ਹੋਇਆ ਜਾਂ ਹੋਇਆ ਜਾਂ ਉਸ ਨੂੰ ਖਤਮ ਕਰਨ ਵਾਲੇ ਪਾਸੇ ਕਦਮ ਵਧਾਇਆ ਗਿਆ? ਕਿਉਂਕਿ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਬਹੁਤ ਨਾਰਾਜ਼ ਨੇ। ਉਹ ਕਹਿ ਰਹੇ ਨੇ ਕਿ ਜੇ ਵਧੀਆ ਕਦਮ ਹੋਇਆ ਤਾਂ ਫਿਰ ਵਿਰੋਧੀ ਕਿਉਂ ਨਹੀਂ ਵੈਲਕਮ ਕਰਦੇ, ਕਿ ਜੇ ਕੋਈ ਚੰਗੀ ਗੱਲ ਹੋਈ ਹੈ ਤਾਂ ਵੈਲਕਮ ਕਰੋ ਦਿਲ ਖੋਲ ਕੇ। ਗੌਰਵ ਜੀ, ਗੱਲ ਇਸ ਤਰ੍ਹਾਂ ਹੈਗੀ ਹੈ, ਜਿਹੜਾ ਪੰਜਾਬ ਦਾ ਟਰਾਂਸਪੋਰਟ ਮਿਨਿਸਟਰ ਹੈ
ਉਹ ਸੜਕਾਂ ਤੇ ਜਿਸ ਤਰ੍ਹਾਂ ਸਟੰਟ ਕਰਦਾ ਫਿਰਦਾ ਉਹ ਕਿੰਨਾ ਸੀਰੀਅਸ ਹੈਗਾ ਜਾਂ ਕਿੰਨੀ ਸੀਰੀਅਸਨੈਸ ਵਿੱਚ ਨਜ਼ਰ ਆਉਂਦੀ ਉਹ ਸਾਰਿਆਂ ਨੂੰ ਪਤਾ ਹੈ। ਦੂਸਰੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕੇਜਰੀਵਾਲ ਦੀ, ਬੱਸਾਂ ਜਿਹੜੀਆਂ ਨੇ ਬੱਸਾਂ ਤੇ ਆਲਰੇਡੀ ਬੱਸ ਸਟੈਂਡ ਤੱਕ ਜਾਂਦੀਆਂ ਸੀਗੀਆਂ। ਜੇਕਰ ਉਹਨਾਂ 'ਚ ਕੋਈ ਕਮੀ ਪੇਸ਼ੀ ਸੀ ਤੇ ਬੱਸ ਸਟੈਂਡ ਤੱਕ ਵੀ ਨਹੀਂ ਜਾਣੀ ਚਾਹੀਦੀ ਸੀ, ਦਿੱਲੀ 'ਚ ਐਂਟਰ ਨਹੀਂ ਹੋਣੀਆਂ ਚਾਹੀਦੀਆਂ ਸੀਗੀਆਂ। ਵਾਲਵੋ ਬੱਸਿਸ ਜਿਹੜੀਆਂ ਨੇ ਪੰਜਾਬ ਦੀਆਂ ਦਿੱਲੀ ਦੇ ਬੱਸ ਸਟੈਂਡ ਤੱਕ, ਜਿਹੜਾ ਕਿ ਕਸ਼ਮੀਰੀ ਗੇਟ ਹੈ ਬਿਲਕੁਲ ਸੈਂਟਰ ਆਫ ਦਾ ਪਲੇਸ ਹੈ, ਉਹ ਤੱਕ ਬੱਸਾਂ ਜਾਂਦੀਆਂ ਸੀ, ਲੇਕਿਨ ਉਹ ਸਿਰਫ 에ਅਰਪੋਰਟ ਵਾਸਤੇ ਬੰਦ ਕੀਤੀਆਂ ਗਈਆਂ ਔਰ ਇੰਟੈਂਸ਼ਨਲੀ ਬੰਦ ਕੀਤੀਆਂ ਗਈਆਂ ਕੇਜਰੀਵਾਲ ਵੱਲੋਂ। ਔਰ ਅੱਜ ਅਗਰ ਓਪਨ ਕੀਤੀਆਂ ਜਾ ਰਹੀਆਂ ਨੇ ਤੇ ਕਿਤੇ ਨਾ ਕਿਤੇ ਇੰਟਰਨਲੀ ਕਿਸੇ ਨਾ ਕਿਸੇ ਮਾਫੀਆ ਨਾਲ ਕੋਈ ਸਮਝੌਤਾ ਹੋਇਆ ਇਹਨਾਂ ਦਾ, ਔਰ ਜਿਹਦਾ ਕਰਕੇ ਓਪਨ ਕੀਤੀਆਂ ਗਈਆਂ। ਅੱਧੀ ਰਾਤ ਨੂੰ ਉਸੇ ਕਸ਼ਮੀਰੀ ਗੇਟ ਤੋਂ, ਉਸੇ 에ਅਰਪੋਰਟ ਤੋਂ ਔਰ ਹੋਰ ਥਾਵਾਂ ਤੋਂ ਦਿੱਲੀ ਦੇ ਜਿਹੜੇ ਟਰਾਂਸਪੋਰਟ ਮਾਫੀਆ ਹੈ ਉਹਨਾਂ ਦੀਆਂ ਬੱਸਾਂ ਚੱਲਦੀਆਂ ਸੀਗੀਆਂ। ਲਾਲ ਕਿਲੇ ਤੋਂ ਵੀ ਚੱਲਦੀਆਂ ਸੀਗੀਆਂ, ਇੰਡੀਆ ਗੇਟ ਤੋਂ ਵੀ ਚੱਲਦੀਆਂ ਸੀਗੀਆਂ, 에ਅਰਪੋਰਟ ਤੋਂ ਵੀ ਚੱਲਦੀਆਂ ਸੀ, ਕਸ਼ਮੀਰੀ ਗੇਟ ਤੋਂ ਵੀ ਚੱਲਦੀਆਂ ਸੀ, ਮਜਨੂਗਾ ਟਿੱਲਾ ਤੋਂ ਵੀ ਚੱਲਦੀਆਂ ਸੀਗੀਆਂ, ਜਿਹੜੀਆਂ ਕਿ ਅੱਧੀ ਰਾਤ ਨੂੰ ਇਕੱਲਾ ਪੰਜਾਬ ਵਾਸਤੇ ਨਹੀਂ ਆਉਂਦੀਆਂ ਸੀਗੀਆਂ, ਜਿਹੜੀਆਂ ਕਿ ਜੰਮੂ ਕਸ਼ਮੀਰ ਤੱਕ, ਹਿਮਾਚਲ ਤੱਕ, ਚਾਹੇ ਉਹ ਮਨਾਲੀ ਲਾ ਲਓ ਤੁਸੀਂ, ਸ਼ਿਮਲਾ ਲਾ ਲਓ ਤੁਸੀਂ, ਜਾਂ ਧਰਮਸ਼ਾਲਾ ਲਾ ਲਓ, ਉਸ ਤੱਕ ਉਹ ਬੱਸਾਂ ਚੱਲਦੀਆਂ ਸੀਗੀਆਂ, ਉੱਥੋਂ ਚੱਲਦੀਆਂ ਸੀਗੀਆਂ ਔਰ ਅੱਜ ਵੀ ਜਾ ਰਹੀਆਂ ਨੇ। ਇਹਨਾਂ ਨੇ ਜਿਹੜਾ ਮਾਫੀਆ ਪਾਲਿਆ ਹੋਇਆ, ਜਿਹੜਾ ਤੁਸੀਂ ਕਹਿੰਦੇ ਮਾਫੀਆ ਖਤਮ ਕਰਤਾ, ਇਹ ਜਿਹੜਾ ਕੇਜਰੀਵਾਲ ਹੈ ਸਭ ਤੋਂ ਵੱਡਾ ਮਾਫੀਆ ਹੈ। ਲੇਕਿਨ ਸਿਰਫ ਇਹ ਹੈ ਵੀ ਇੱਕ ਕਾਰਪੋਰੇਟ ਮਾਫੀਆ ਹੈਗਾ ਔਰ ਐਡਵਰਟਾਈਜ਼ਮੈਂਟ ਜਿਹੜੀ ਕਰਦੇ ਨੇ ਇਹ ਬਿਲਕੁਲ ਆਪਣੇ ਆਪ ਨੂੰ ਸਾਫ਼ ਸੁਥਰਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ, ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਕਰਦੇ ਆ। ਜਿਹੜਾ ਸ਼ਰਾਬ ਦਾ ਮਾਫੀਆ ਹੈ, ਮੈਂ ਫਿਰ ਦੁਬਾਰਾ ਨਾ ਪੁੱਛਾਂ, ਚਲੋ ਮੈਂ ਇੱਕ ਹੋਰ ਸਵਾਲ ਪੁੱਛ ਲੈਣਾ ਤੁਹਾਨੂੰ ਦੇ ਵਿੱਚ ਜਿਹੜਾ ਆਲੂਵਾਲੀਆ ਜੀ ਉਸ ਦਾ ਜਵਾਬ ਦੇਣਗੇ। ਮੇਰਾ ਇੱਕ ਹੋਰ ਸਵਾਲ ਪੂਰੀ ਹੋਣ ਦੇ ਵਿੱਚ, ਨਿਪੁਲਰ ਸਾਹਿਬ, ਤੁਹਾਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਇਸ ਦਾ ਫਾਇਦਾ ਹੋਏਗਾ ਕਿ ਨਹੀਂ ਹੋਏਗਾ ਜੇ ਸਿੱਧੀ 에ਅਰਪੋਰਟ ਬੱਸ ਜਾ ਰਹੀ ਹੈ, ਸਰਕਾਰੀ ਵੋਲਵੋ ਬੱਸ? ਇਸ ਤਰ੍ਹਾਂ ਹੈਗੀ ਹੈ ਕਿ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਅਗਰ ਤੁਸੀਂ ਕੁਆਲਿਟੀ ਦੋਗੇ ਉਹਦੇ ਵਿੱਚ, ਅਗਰ ਲੋਕਾਂ ਨੂੰ ਪ੍ਰੋਪਰ ਸਹੂਲਤ ਦੋਗੇ, ਅਗਰ ਇਨ ਟਾਈਮ ਬੱਸਾਂ ਉੱਥੇ ਪਹੁੰਚਣਗੀਆਂ ਔਰ ਕੰਪੀਟੀਸ਼ਨ ਤੁਸੀਂ ਜਿਹੜਾ ਪ੍ਰਾਈਵੇਟ ਸੈਕਟਰ ਦੇ ਜਿਹੜੇ ਕੋਲ ਆਲਰੇਡੀ ਪਰਮਿਟ ਹੈਗੇ ਆ ਉਹਨਾਂ ਨਾਲ ਤੁਸੀਂ ਕੰਪੀਟੀਸ਼ਨ ਕਰਨ ਦੇ ਕਾਬਲ ਹੋਗੇ, ਆਪਣੇ ਬੱਸਾਂ ਨੂੰ ਬਣਾਓਗੇ ਜਾਂ ਆਪਣੇ ਡਰਾਈਵਰ ਜਾਂ ਜਿਹੜੇ ਕਨੈਕਟਰਸ ਨੇ ਉਹਨਾਂ ਨੂੰ ਉਸ ਤਰੀਕੇ ਨਾਲ ਐਜੂਕੇਟ ਕਰੋਗੇ ਤੇ ਤਾਂ ਕੋਈ ਗੱਲ ਬਣੇਗੀ। ਅਗਰ ਤੁਸੀਂ ਆਪਣੀਆਂ ਬੱਸਾਂ ਨੂੰ 9-9 ਘੰਟੇ ਤੱਕ 에ਅਰਪੋਰਟ ਹੀ ਨਹੀਂ ਪਹੁੰਚਾਓਗੇ ਚੰਡੀਗੜ੍ਹ ਤੋਂ ਜਾਂ ਦੂਸਰੇ ਸਿਟੀਜ਼ ਦੇ ਵਿੱਚੋਂ ਦੀ, ਜਾਂ ਜਿਹੜੇ ਆਪਣੇ ਸਿਸਟਮ ਹੈਗਾ ਉਹਨੂੰ ਐਜੂਕੇਟ ਹੀ ਨਹੀਂ ਕਰੋਗੇ ਤੇ ਕਿਸ ਤਰ੍ਹਾਂ ਚੱਲੇਗਾ? ਜਾਂ ਤੁਸੀਂ ਉਹਨਾਂ ਨੂੰ ਜਾ ਕੇ ਐਸੀ ਜਗ੍ਹਾ ਤੇ ਬੱਸਾਂ ਨੂੰ ਖੜੀਆਂ ਕਰੋਗੇ ਜਿੱਥੇ ਜਿਹੜਾ ਪੈਸੇਂਜਰ ਹੈ ਉਹਦੀ ਲੁੱਟ ਖਸੁੱਟ ਹੋਏਗੀ ਢਾਬਿਆਂ ਤੇ ਕਿਸ ਤਰ੍ਹਾਂ ਚੱਲੇਗਾ? ਕਿਉਂਕਿ ਮਾਫੀਆ ਤੇ ਸਾਰਾ ਇਹਨਾਂ ਦਾ ਆਪਰੇਟ ਹੋ ਰਿਹਾ ਹੈ। ਔਰ ਦੂਸਰੀ ਗੱਲ ਹੈ ਜਿਹੜੀ ਕਹਿੰਦੇ ਮਾਫੀਆ ਖਤਮ ਕਰਤਾ, ਸਭ ਤੋਂ ਵੱਡਾ ਮਾਫੀਆ ਪੰਜਾਬ ਦਾ ਜਿਹੜਾ ਸੀ, ਜਿਹਨੂੰ ਪੰਜਾਬ ਚੋਂ ਕੱਢਿਆ ਗਿਆ, ਬਲੈਕਲਿਸਟ ਕੀਤਾ ਗਿਆ, ਉਹਨੂੰ ਤੁਸੀਂ ਸ਼ਰਾਬ ਦੇ ਠੇਕੇ ਦਿੱਲੀ 'ਚ ਦੇਤੇ। ਦੀਪ ਮਲਹੋਤਰੇ ਨੂੰ ਤੁਸੀਂ ਉੱਥੇ ਅੱਖਾਂ 'ਚ ਚੱਕ ਲਿਆ, 250 ਤੋਂ 850 ਠੇਕੇ ਬਣਾਤੇ ਤੁਸੀਂ ਉੱਥੇ, ਗਲੀ ਤੁਸੀਂ ਠੇਕਾ ਖੋਲਤਾ। ਕਿਹੜਾ ਮਾਫੀਆ ਖਤਮ ਕਰਤਾ ਜੀ? ਮੈਂ ਕਹਿ ਰਿਹਾ ਚਲੋ ਆਪਾਂ ਜਵਾਬ ਲੈ ਲਈਏ। ਸਿਸਟਮਾਈਜ਼ ਮਾਫੀਆ ਹੈ ਜਿਹੜਾ ਉੱਥੇ ਦਿੱਲੀ ਚੱਲ ਰਿਹਾ ਹੈਗਾ ਕੇਜਰੀਵਾਲ ਦਾ। ਠੀਕ ਹੈ, ਚਲੋ ਜਵਾਬ ਲੈ ਲਈਏ ਆਪਾਂ। ਤੁਸੀਂ ਆਪਣੀ ਗੱਲ ਰੱਖਤੀ, ਮੈਂ ਅਮਿਤ ਬਾਬਾ ਜੀ ਨੂੰ ਇੱਕ ਵਾਰੀ ਐਡ ਕਰ ਲਵਾਂ, ਉਸ ਤੋਂ ਬਾਅਦ ਮਾਲੂ ਵਾਲੇ ਸਾਹਿਬ ਕੋਲ ਜਾਣਾ ਹੈ। ਅਮਿਤ ਬਾਬਾ ਜੀ, ਜੋ ਜ਼ਿਕਰ ਹੋ ਰਿਹਾ ਕਿ ਪ੍ਰਾਈਵੇਟ ਬੱਸਾਂ, ਜੈਬੰਸ ਜੀ ਦਾਵਾ ਕਰ ਰਹੇ ਨੇ ਕਿ ਪਿਛਲੇ 5-6 ਸਾਲਾਂ ਤੋਂ ਪ੍ਰਾਈਵੇਟ ਬੱਸਾਂ 에ਅਰਪੋਰਟ ਜਾ ਹੀ ਨਹੀਂ ਰਹੀਆਂ ਸੀ। ਹੁਣ ਤੁਸੀਂ ਵੀ ਥੋੜਾ ਜਿਹਾ ਕਲੀਅਰ ਕਰ ਦਿਓ, ਸਰਕਾਰ ਤੁਹਾਡੀ ਸੀ ਸਾਬਕਾ ਸਮੇਂ ਦੇ ਵਿੱਚ, ਸਾਬਕਾ ਸਰਕਾਰ ਕਾਂਗਰਸ ਦੀ ਸੀ, ਜਾ ਰਹੀਆਂ ਸੀ ਬੱਸਾਂ ਪ੍ਰਾਈਵੇਟ ਜਾਂ ਨਹੀਂ? ਪ੍ਰਾਈਵੇਟ ਬੱਸਾਂ ਦਿੱਲੀ 에ਅਰਪੋਰਟ ਤੇ ਜਾਂਦੀਆਂ ਸੀ, ਉਹਦੀ ਸੋਟ ਹੁੰਦੀ ਸੀ, ਇਹਦੇ ਕੋਈ ਬੁਰਾਈ ਨਹੀਂ ਹੈ। ਗੌਰਵ ਜੀ, 에ਅਰਪੋਰਟ ਤੋਂ ਪਿੱਛੇ ਰੁਕ ਰਹੀਆਂ ਸੀਗੀਆਂ, 에ਅਰਪੋਰਟ ਤੱਕ ਨਹੀਂ ਪਹੁੰਚ ਰਹੀਆਂ, ਉਹ ਸਰਪਚਸ देयर इज अ लॉट ऑफ डिफरेंस। ਉਹ ਜਿਹੜਾ ਕਿਹਾ ਨਾ ਹਰਜੀਤ ਭੁੱਲਰ ਜੀ ਨੇ, ਉਹ ਸਹੀ ਹੈ। ਉਹ ਕੋਈ ਬੱਸ ਜਿਹੜੀ ਆ ਉਹ ਉੱਥੇ ਰੁਕ ਜਾਂਦੀ ਸੀਗੀ, ਕਹਿੰਦੇ ਨੇ ਕਸ਼ਮੀਰੀ ਗੇਟ ਕੋਈ ਕਿਤੇ ਰੁਕ ਜਾਂਦੀ ਸੀ, 에ਅਰਪੋਰਟ ਨਹੀਂ ਸੀ ਜਾਂਦੀਆਂ। ਠੀਕ ਹੈ ਅਮਿਤ ਜੀ, ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ, ਮੈਂ ਦੁਬਾਰਾ ਕੋਸ਼ਿਸ਼ ਕਰਦਾ ਟੀਮ ਨੂੰ ਕਹਿੰਦਾ ਕਿ ਤੁਹਾਨੂੰ ਦੁਬਾਰਾ ਜੋੜਨ ਤਾਂ ਕਿ ਤੁਸੀਂ ਆਪਣੀ ਗੱਲ ਰੱਖ ਸਕੋ। ਤੇ ਇਹ ਵੀ ਜੋ ਜੈਬੰਸ ਜੀ ਜ਼ਿਕਰ ਕਰ ਰਹੇ ਨੇ, ਇਹ ਵੀ ਆਪਾਂ ਨੂੰ ਸਮਝਣਾ ਹੋਏਗਾ। ਦੋ ਤਰੀਕੇ ਨਾਲ 에ਅਰਪੋਰਟ ਤੇ ਬੱਸਾਂ ਕਿਤੇ ਨਾ ਕਿਤੇ ਜਾਂਦੀਆਂ ਨੇ, ਇੱਕ ਤਾਂ ਬਹੁਤ ਪਿੱਛੇ ਰੁਕ ਜਾਂਦੀਆਂ ਨੇ, ਇੱਕ 에ਅਰਪੋਰਟ ਦੇ ਉੱਤੇ ਜਾ ਕੇ, ਜੇ ਤੁਸੀਂ ਹੁਣ ਹਰਿਆਣਾ ਰੋਡਵੇਜ਼ ਦੀ ਵੀ ਬੱਸ ਲਓ ਤਾਂ 에ਅਰਪੋਰਟ ਤੱਕ ਜਾਂਦੀ ਹੈ, ਉੱਥੋਂ ਇੱਕ ਸ਼ਟਲ ਸਰਵਿਸ ਚੱਲਦੀ ਹੈ, ਉਸ ਸਰਵਿਸ ਦੇ ਜ਼ਰੀਏ ਤੁਸੀਂ ਅੱਗੇ 에ਅਰਪੋਰਟ ਦੇ ਉੱਤੇ ਪਹੁੰਚਦੇ ਹੋ। ਉਹ ਕਹਿ ਸਕਦੇ ਹੋ ਤੁਸੀਂ ਕਿ 2-3 ਕਿਲੋਮੀਟਰ ਪਿੱਛੇ ਬੱਸਾਂ ਨੂੰ ਰੁਕਣ ਦੀ ਇੱਕ ਜਗ੍ਹਾ ਬਣਾਈ ਗਈ ਹੈ, ਉੱਥੋਂ ਉਹ ਫ੍ਰੀ ਸਰਵਿਸ ਹੈ, ਉੱਥੋਂ ਅੱਗੇ ਬੱਸ ਤੁਹਾਨੂੰ ਲੈ ਕੇ ਜਾਂਦੀ ਹੈ। ਆਲੂਵਾਲੀਆ ਜੀ, ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਇਲਜ਼ਾਮ ਤੁਹਾਡੇ ਉੱਤੇ ਲੱਗ ਰਹੇ ਨੇ, ਖਾਸ ਤੌਰ ਤੇ ਅਕਾਲੀ ਦਲ ਵਾਲੇ ਪਾਸੋਂ। ਦੇਖੋ ਇਦਾਂ ਹੈ ਕਿ ਸਾਰੀ ਗੱਲਾਂ ਸਮਝ ਕੇ ਸਾਨੂੰ ਮਾਫੀਆ ਕਹੀ ਜਾਂਦੇ, ਅਸੀਂ ਰੇਟ ਘਟਾਈ ਜਾਂਦੇ ਆ ਚੀਜ਼ਾਂ ਦੇ, ਇਹ ਸਾਨੂੰ ਹੀ ਮਾਫੀਆ ਕਹੀ ਜਾਂਦੇ। ਅਗਰ ਅਸੀਂ ਮਾਫੀਆ ਹੁੰਦੇ, ਮਾਫੀਆ ਨੂੰ ਸਪੋਰਟ ਕਰ ਰਹੇ ਹੁੰਦੇ ਤੇ ਸਿਸਟਮ ਨੂੰ ਅਸੀਂ ਮਹਿੰਗਾ ਕਰਦੇ, ਸਸਤਾ ਨਾ ਕਰਦੇ। ਇਹ ਸਾਰੇ ਪੰਜਾਬ ਨੂੰ ਗੱਲ ਕਲੀਅਰ ਹੈ, ਪਰ ਇਹਨਾਂ ਨੂੰ ਸਮਝ ਨਹੀਂ ਆਣੀ। ਹੁਣ ਅਗਲਾ ਸਿਸਟਮ ਦੇਖੋ, ਭਗਵੰਤ ਸਿੰਘ ਮਾਨ ਜੀ ਦੀ ਸੋਚ ਦੇਖੋ, ਉਹਨਾਂ ਨੇ ਕਿਹਾ ਯਾਰ 에ਅਰਪੋਰਟ ਤੇ ਲੋਕਾਂ ਨੇ ਜਾਣਾ ਹੁੰਦਾ ਜਹਾਜ਼ 'ਚ, ਉੱਥੇ ਕਿੰਨੇ ਘੰਟੇ ਪਹਿਲਾਂ ਪਹੁੰਚਣਾ, ਸਾਰਾ ਕੁਝ ਕੈਲਕੂਲੇਟ ਕਰਕੇ ਇੱਕ ਐਕਸਟਰਾ ਬੱਸ ਡੇਲੀ ਬੇਸਿਸ ਦੇ ਉੱਤੇ ਕਿੱਥੇ ਖੜੀ ਹੋਏਗੀ? ਰਾਜਪੁਰੇ। ਇੱਕ ਐਕਸਟਰਾ ਬੱਸ ਕਿੱਥੇ ਖੜੀ ਹੋਏਗੀ? ਕਰਨਾਲ ਪਾਨੀਪਤ ਦੇ ਵਿੱਚ। ਇਹੋ ਜੀ ਸੋਚ ਵਾਲਾ ਮੁੱਖ ਮੰਤਰੀ ਹੋਵੇ ਤੇ ਉਹਨੂੰ ਤੁਸੀਂ ਕਹਿ ਰਹੇ ਹੋ ਮਾਫੀਆ।
ਜਿਹੜਾ ਬੈਕਅਪ ਸਿਸਟਮ ਨੂੰ ਅਸੀਂ ਪਹਿਲਾਂ ਬੈਕਅਪ ਸਿਸਟਮ ਲਿਖਦੇ ਆ, ਫਿਰ ਓਰੀਜਨਲ ਸਿਸਟਮ ਲਿਖਦੇ। ਇਹ ਲੋਕ ਕੀ ਕਰਦੇ, ਇਹ ਕਹਿੰਦੇ 9 ਘੰਟੇ ਪਹੁੰਚਣ, 12 ਘੰਟੇ ਪਹੁੰਚਣ। ਇੱਕ ਉਹ ਬੀਜੇਪੀ ਵਾਲੇ ਭਾਈ ਸਾਹਿਬ ਕਹਿੰਦੇ ਵੀ 4 ਘੰਟੇ ਪਹੁੰਚ ਜਾਣ। 4 ਘੰਟੇ ਦੀ ਗੱਡੀ ਨਹੀਂ ਪਹੁੰਚਦੀ ਚੰਡੀਗੜ੍ਹ ਤੋਂ ਦਿੱਲੀ, ਇਹ ਪਤਾ ਨਹੀਂ ਜਲੰਧਰ ਤੋਂ ਪਹੁੰਚਾਉਣ ਨੂੰ ਫਿਰਦੇ। ਜਿਹੜਾ ਸਿਸਟਮ ਹੈ ਏਦਾਂ ਗੁੰਮਰਾਹ ਨਾ ਕਰੋ ਲੋਕਾਂ ਨੂੰ। ਹੁਣ ਅੱਜ ਇਹ ਨਵਾਂ ਸਿਸਟਮ ਇਹਨਾਂ ਨੇ ਛੇੜਤਾ ਕਿ ਜੀ ਬੱਸਾਂ ਲੇਟ ਜਾਣਗੀਆਂ। ਸਾਰਾ ਕੁਝ ਸੰਭਾਲ ਕੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਸਾਰਾ ਕੁਝ ਡਿਸਕਸ ਕਰਕੇ ਇਹ ਸਿਸਟਮ ਨੂੰ ਬਣਾ ਕੇ ਆਲੂਵਾਲੀਆ ਜੀ ਮਾਫੀਆ ਕਿਵੇਂ ਖਤਮ ਹੋਏਗਾ? ਦੇਖੋ ਵਿਰੋਧੀ ਵੀ ਜਾਣਨਾ ਚਾਹੁੰਦੇ ਨੇ, ਪੰਜਾਬ ਦੇ ਲੋਕ ਵੀ ਜਾਣਨਾ ਚਾਹੁੰਦੇ ਨੇ ਕਿ ਮਾਫੀਆ ਹੁਣ ਤੱਕ ਸਿਰਫ 에ਅਰਪੋਰਟ ਵਾਲੀਆਂ ਬੱਸਾਂ ਹੀ ਆਪਰੇਟ ਕਰ ਰਿਹਾ ਹੈ ਜਾਂ ਕਰ ਰਿਹਾ ਸੀ? ਦੇਖੋ ਐਗਜ਼ਾਮਪਲ ਸੈਟਅਪ ਹੁੰਦੇ ਨੇ। ਐਗਜ਼ਾਮਪਲ ਕਿਵੇਂ ਸੈਟਅਪ ਹੁੰਦੇ ਨੇ? ਐਗਜ਼ਾਮਪਲ ਇਦਾਂ ਸੈਟਅਪ ਹੁੰਦੇ ਨੇ ਕਿ ਪਹਿਲਾਂ ਦੇਖਿਆ ਪਿਛਲੀ ਸਰਕਾਰਾਂ ਨੇ ਆ ਕੇ ਬੱਸਾਂ ਸਾਰੀਆਂ ਅੰਦਰ ਬੰਦ ਕਰਤੀਆਂ, ਹਾਈ ਕੋਰਟ 'ਚ ਉਹਨਾਂ ਨੂੰ ਪਰਮਿਸ਼ਨ ਮਿਲ ਗਈ, ਉਹ ਬਾਹਰ ਚਲੀ ਗਈਆਂ, ਫਿਰ ਤੋਂ ਚੱਲਣੀਆਂ ਸ਼ੁਰੂ ਹੋ ਗਈਆਂ ਸੜਕਾਂ। ਅਸੀਂ ਕੀ ਕੀਤਾ, 3500 ਦੀ ਟਿਕਟ 1100 ਕਰਤੀ। ਹੁਣ 3500 ਵਾਲੀ ਟਿਕਟ 1100 ਤੇ ਜਾਂ ਤੇ ਉਹ ਚਲਾਣਗੇ ਆਪਣੀ ਬੱਸਾਂ ਜਾਂ ਉਹ ਭੱਜ ਜਾਣਗੇ। 1100 ਚ ਚਲਾ ਨਹੀਂ ਸਕਦੇ, ਕਿਉਂ? ਉਹਨਾਂ ਨੇ ਕਮਾਈ ਜਿਹੜੀ ਹੈਗੀ, ਸਰਕਾਰ ਦਾ ਤੇ ਕੰਮ ਹੁੰਦਾ ਲੋਕਾਂ ਦੇ ਫਾਇਦੇ ਲਈ, ਲੋਕਾਂ ਦੇ ਭਲੇ ਲਈ। ਪ੍ਰਾਈਵੇਟ ਪਲੇਅਰ ਦਾ ਕੰਮ ਹੁੰਦਾ ਆਪਣੇ ਭਲੇ ਲਈ। ਸਾਰਾ ਮਾਫੀਆ ਜਿਹੜਾ ਹੈਗਾ ਇਹ ਐਮਐਲਏਸ ਤੇ ਮਿਨਿਸਟਰ ਚਲਾਉਂਦੇ ਰਹੇ। ਆਮ ਆਦਮੀ ਪਾਰਟੀ ਦੀ ਪਹਿਲੀ ਮੀਟਿੰਗ 'ਚ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਕਲੀਅਰ ਕਰਤਾ ਸੀ ਬਾਕੀ ਸਭ ਕੁਝ ਕਰ ਲਾਂਗਾ। ਇਹਨਾਂ ਦਾ ਇੱਕ ਐਮਐਲਏ, ਤਿੰਨੋਂ ਪਾਰਟੀਆਂ ਬੈਠੀਆਂ, ਇੱਕ ਐਮਐਲਏ ਦੱਸ ਦਿਓ ਜਿਹੜਾ ਜੇਲ੍ਹ 'ਚ ਹੈ ਕਰਪਸ਼ਨ ਦੇ ਚਾਰजेस 'ਚ, ਔਰ ਸਾਡਾ ਇੱਕ ਐਮਐਲਏ ਮੰਤਰੀ ਜਿਹਨੇ ਛੋਟੀ ਜੀ 1% ਮੰਗਿਆ, ਨਾਲ ਦੇ ਨਾਲ ਮਾਨ ਸਾਹਿਬ ਨੇ ਕਿਹਾ ਨਾ, ਨੋ ਕਰਪਸ਼ਨ ਟੋਲਰੈਂਸ, ਸਿੱਧਾ ਠਾ ਅੰਦਰ ਕਰ। ਹੁਣ ਜਿਹੜੇ ਸਿਸਟਮ ਨੂੰ ਚਲਾਉਣ ਦੀ ਗੱਲਾਂ ਕਰ ਰਹੇ, ਇਹਨਾਂ ਨੂੰ ਮਾਨ ਹੋਣਾ ਚਾਹੀਦਾ, ਭਗਵੰਤ ਮਾਨ ਤੇ ਮਾਨ ਹੋਣਾ ਚਾਹੀਦਾ ਅਰਵਿੰਦ ਕੇਜਰੀਵਾਲ ਜੀ। ਤੁਸੀਂ ਵਾਰ-ਵਾਰ ਇਹੀ ਜ਼ਿਕਰ ਕਰ ਰਹੇ ਹੋ ਕਿ ਵੈਲਕਮ ਕਰੋ, ਜੇ ਸਰਕਾਰ ਨੇ ਕੋਈ ਡਿਸੀਜਨ ਲਿਆ ਤਾਂ ਵੈਲਕਮ ਕਰੋ। ਅਮਿਤ ਬਾਬਾ ਜੀ। ਗੌਰਵ ਜੀ ਮੈਂ ਜਵਾਬ ਦੇ ਸਕਦਾ ਜੀ? ਅਮਿਤ ਬਾਬਾ ਜੀ ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਹਾਂਜੀ ਮੇਰੀ ਆਵਾਜ਼ ਆ ਰਹੀ ਹੈ ਗੌਰਵ ਜੀ? ਨਾਲ ਬਿਲਕੁਲ ਤੁਹਾਡੀ ਆਵਾਜ਼ ਕਲੀਅਰ ਆ ਰਹੀ ਹੈ, ਹੋਪਫੁਲੀ ਅੱਗੇ ਵੀ ਆਉਂਦੀ ਰਹੇ। ਆਪਣੇ ਕੋਲ ਸਮਾਂ ਪੂਰਾ ਇਸ ਕਰਕੇ ਥੋੜਾ ਜਿਹਾ ਸੰਖੇਪ ਦੇ ਵਿੱਚ ਜੇਕਰ ਗੱਲ ਕਹਿ ਸਕੋ। ਗੌਰਵ ਜੀ ਮੈਂ ਕੁਇਕਲੀ ਇੱਕ ਗੱਲ ਕਹਿਣੀ ਚਾਹੁੰਦਾ ਸਾਰੇ ਪੰਜਾਬ ਦੇ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਕਿ ਇੱਕ ਆਮ ਆਦਮੀ ਪਾਰਟੀ ਤੋਂ ਇੱਕੋ ਹੀ ਸਵਾਲ ਪੁੱਛੋ ਕਿ ਪਿਛਲੇ 5 ਸਾਲਾਂ ਚੋਂ ਪੰਜਾਬ ਦੀਆਂ ਬੱਸਾਂ ਦਿੱਲੀ ਹਵਾਈ ਅੱਡੇ ਤੇ ਕਿਉਂ ਨਹੀਂ ਜਾ ਸਕ ਰਹੀ ਸੀਗੀਆਂ? ਕੀ ਬੈਰੀਅਰ ਸੀ, ਕੀ ਅੜਚਨ ਸੀ? ਨਹੀਂ, ਉਹ ਕਹਿੰਦੇ ਕੋਸ਼ਿਸ਼ ਨਹੀਂ ਹੋਈ। ਕਹਿੰਦੇ ਜਿਹੜੇ ਪੰਜਾਬ ਦੇ ਲੀਡਰ ਸੀ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ। ਅਰਵਿੰਦ ਕੇਜਰੀਵਾਲ ਇਹ ਗੱਲ ਕਹਿੰਦੇ ਨੇ, ਕਹਿੰਦੇ ਦੇਖੋ ਪਹਿਲਾਂ ਨਹੀਂ ਜਾ ਰਹੀ ਸੀ, ਹੁਣ ਸਰਕਾਰ ਬਦਲੀ ਹੈ, ਲੀਡਰ ਬਦਲੇ ਨੇ, ਆਫੀਸਰ ਉਹੀ ਨੇ, ਕੰਮ ਹੋ ਰਿਹਾ ਹੈ। मरी चिट्ठियां आईएएस अफसर को आईएएस अफसर मंजूरी नहीं देगा, धरना भी ला लिया, उस तो बाद भी नहीं देते। एक आखिरी गल गौरव जी, बार बार गल करते असं अपना लोगों को यह भी तो दसो ना, इन्होंने अंदरूनी कृष्ण भगवंत मान को सियाणदा नहीं सी, सीधा हरियाणा की चाकरी करता सी, उन्होंने मरोड़ा देने काम आ के अगली गल। चलो आज थोड़ी नेटवर्क इशू ज्यादा लग रहा है, कोई ना कोई दिक्कत जरूर है, आज नेटवर्क इशू वाली प्रॉब्लम है। अमित जी ਤੁਹਾਡੀ ਆਵਾਜ਼ ਫਿਰ ਇੱਕ ਦੁਬਾਰਾ ਕੱਟ ਰਹੀ ਹੈ, ਆਪਣਾ ਸਮਾਂ ਥੋੜਾ ਜਿਹਾ ਹੁਣ ਆ ਰਹੀ ਹੈ ਆਵਾਜ਼ ਬੜੀ ਬੈਟਰ ਹੈ। ਤੁਸੀਂ ਆਪਣਾ 10-20 ਸੈਕਿੰਡਸ ਦੇ ਵਿੱਚ ਕੰਪਲੀਟ ਕਰ ਲਓ, ਮੇਰੇ ਕੋਲ ਸਮਾਂ ਖਤਮ ਹੋ ਰਿਹਾ। ਅਮਿਤ ਜੀ। ਮੈਂ ਜੈਵੰਤ ਜੀ ਆ ਰਹੇ ਤੁਹਾਡੇ ਕੋਲ। ਜੈਵੰਤ ਜੀ ਭੁੱਲਰ ਜੀ, ਮੈਂ ਤੁਹਾਡਾ ਰਿਐਕਸ਼ਨ ਲਵਾਂਗਾ, ਉਸ ਤੋਂ ਬਾਅਦ ਮੈਂ ਆਲੂਵਾਲੀਆ ਸਾਹਿਬ ਦਾ ਰਿਐਕਸ਼ਨ ਲਵਾਂਗਾ। ਅਮਿਤ ਜੀ ਕੰਪਲੀਟ ਕਰ ਲਿਓ ਪਲੀਜ਼। ਗੌਰਵ ਜੀ ਜਦੋਂ ਪੂਰੀ ਦਿੱਲੀ ਦੇ ਲੋਕ ਕੋਰੋਨਾ ਦੇ ਵਿੱਚ ਆਕਸੀਜਨ ਸਪਲਾਈ ਨਾਲ ਸ਼ਾਰਟੇਜ ਨਾਲ ਮਰ ਰਹੇ ਸੀ, ਉਦੋਂ ਇਹ ਕੇਜਰੀਵਾਲ ਜੀ ਪ੍ਰੈਸ ਕਾਨਫਰੰਸ ਕਰਦੇ ਸੀਗੇ ਕਿ ਜੀ ਸਾਡੇ ਕੋਲ ਆਕਸੀਜਨ ਨਹੀਂ। ਹਾਈ ਕੋਰਟ ਨੇ ਫਟਕਾਰ ਲਾਈ ਸੀ ਕਿ ਤੁਸੀਂ ਆਕਸੀਜਨ ਤੋਂ ਪੈਸਾ ਐਡਵਰਟਾਈਜ਼ਮੈਂਟ ਕਰੋਨਾ। ਇਹ ਇਹਨਾਂ ਦਾ ਕੈਰੈਕਟਰ ਹੈ, ਇਹ ਸਿਰਫ ਰੌਲਾ ਪਾਉਂਦੇ ਨੇ, ਲੋਕਾਂ ਨੂੰ ਭਰਮਾਉਂਦੇ ਨੇ। ਇਹਨਾਂ ਨੇ ਇੱਕ ਹਾਈਲੀ ਪੇਡ ਆਈਟੀ ਮੀਡੀਆ ਦੀ ਸੈੱਲ ਟੀਮ ਰੱਖੀ ਹੋਈ, ਸੋਸ਼ਲ ਮੀਡੀਆ ਦੀ ਪਾਰਟੀ ਹੈ, ਲੋਕਾਂ ਦਾ ਮੂਰਖ ਬਣਾ ਰਹੀ ਹੈ। ਫੈਕਟਸ ਤੇ ਕਿਤੇ ਵੀ ਡਿਬੇਟ ਕਰ ਲੈਣ, ਟੀਵੀ ਚੈਨਲ ਤੇ ਲੋਕਾਂ ਦੀ ਕਚਹਿਰੀ 'ਚ ਕਿਤੇ ਨਹੀਂ ਖੜ ਸਕਦੇ। ਸਿਰਫ ਔਰ ਸਿਰਫ ਮੈਨੀਪੂਲੇਟ ਕਰਕੇ ਡੇਟਾ ਨੂੰ ਲੋਕਾਂ ਨੂੰ ਮੂਰਖ ਬਣਾਉਂਦੇ। ਠੀਕ ਹੈ, ਮੈਂ ਇਸ ਚੀਜ਼ ਦਾ ਜਵਾਬ ਲਵਾਂਗਾ ਆਲੂਵਾਲੀਆ ਸਾਹਿਬ ਤੋਂ, ਪਹਿਲਾਂ ਉਸ ਤੋਂ ਇੱਕ ਛੋਟਾ ਫਾਈਨਲ ਰਿਐਕਸ਼ਨ ਜੈਵੰਤ ਜੀ। ਹਾਂਜੀ ਗੌਰਵ ਜੀ, ਦੇਖੋ ਮੈਂ ਸਮਰਾਈਜ਼ ਕਰ ਦੇਣਾ ਕਿ ਇਹ ਅਸੀਂ ਵੀ ਸਮਝਦੇ ਹਾਂ ਬਹੁਤ ਅੱਛੀ ਗੱਲ ਹੋਈ ਹੈ ਕਿ 에ਅਰਪੋਰਟ ਤੱਕ ਬੱਸਿਸ ਪਹੁੰਚ ਰਹੀਆਂ ਨੇ। ਜੋ ਮਰਜ਼ੀ ਇਹਨਾਂ ਦੀ ਮੋਟੀਵੇਸ਼ਨ ਹੋਏ ਬੱਸਿਸ ਨੂੰ ਭੇਜਣ ਵਾਸਤੇ, ਘੱਟ ਤੋਂ ਘੱਟ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲੀ ਹੈ। ਪਰ ਜੋ ਮੈਂ ਇਨੀਸ਼ੀਅਲ ਪੁਆਇੰਟ ਕਿਹਾ ਸੀਗਾ ਕਿ ਇਹ ਕੋਈ ਏਡੀ ਵੱਡੀ ਗੱਲ ਨਹੀਂ ਹੈ ਕਿ ਨੈਸ਼ਨਲ ਕਨਵੀਨਰ ਹੈ ਜਿਹੜਾ ਉਹ ਇੱਥੇ ਆ ਕੇ ਤੇ ਇੱਕ ਰੈਲੀ ਕਰਕੇ ਤੇ ਇਹਦੇ ਬਾਰੇ ਦੱਸੇ ਦੇਖੋ ਜੀ ਵਾਵਾ ਕਰ ਹੋ ਰਹੀ ਹੈ। ਉਹਦੇ ਨਾਲ ਉਹਦੇ ਪਿੱਛੇ ਜਿਹੜੀ ਇਹਨਾਂ ਦੀ ਇੱਕ ਪੋਲੀਟੀਕਲ ਮਨਸ਼ਾ ਸੀਗੀ ਉਹ ਸਾਹਮਣੇ ਆਉਂਦੀ ਹੈ ਕਿ ਇਹ ਸਾਰਾ ਕੁਝ ਇਹਨਾਂ ਨੇ ਸੰਗਰੂਰ ਇਲੈਕਸ਼ਨ ਨੂੰ ਪੋਲੀਟੀਸਾਈਜ਼ ਕਰਨ ਵਾਸਤੇ ਕੀਤਾ ਹੈ। ਤੇ ਤੀਸਰੀ ਗੱਲ, ਜਿਹੜੀ ਚੀਜ਼ ਇਹਨਾਂ ਨੇ ਖੁਦ ਬੰਦ ਕੀਤੀ ਸੀ ਉਹਨੂੰ ਸ਼ੁਰੂ ਕਰਕੇ ਇਹਨਾਂ ਨੇ ਕੋਈ ਖਾਸ ਵੱਡੀ ਗੱਲ ਨਹੀਂ ਕਰ ਦਿੱਤੀ। ਇਹਨਾਂ ਨੂੰ ਕੋਈ ਇਹ ਤੋਂ ਜ਼ਿਆਦਾ ਵੱਡੀ ਗੱਲ ਕਰਨੀ ਚਾਹੀਦੀ ਹੈ, ਕੋਈ ਵੱਡਾ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਟਰੂਲੀ ਉਹਨੂੰ ਐਪਰੀਸ਼ੀਏਟ ਕਰੀਏ ਕਿ ਉਹ ਵੱਡਾ ਕੰਮ ਹੈਗਾ ਕਿ ਹੋਰ 에ਅਰਪੋਰਟ ਬਣਾਉਣ,
ਕੋਈ ਫੈਰੀ ਸਰਵਿਸ ਸ਼ੁਰੂ ਕਰਨ ਤੇ ਫਿਰ ਆ ਕੇ ਕੇਜਰੀਵਾਲ ਜੀ ਆ ਕੇ ਦੱਸਣ ਐਜ਼ ਅ ਨੈਸ਼ਨਲ ਕਨਵੀਨਰ ਕਿ ਮੈਂ ਕੰਮ ਕੀਤਾ ਹੈ ਤੇ ਵੀ ਵਿਲ ਬੀ ਟਰੂਲੀ ਮੋਰ ਸੈਟੀਸਫਾਈਡ। ਠੀਕ ਹੈ ਭੁੱਲਰ ਸਾਹਿਬ, ਭੁੱਲਰ ਜੀ ਇੱਕ ਤੁਹਾਡਾ ਫਾਈਨਲ ਕਮੈਂਟ। ਦੇਖੋ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਬੱਸਾਂ ਜਿਹੜੀਆਂ ਚਲਾਉਣੀਆਂ ਨੇ ਠੀਕ ਹੈ ਉਹ, ਲੇਕਿਨ ਚੰਡੀਗੜ੍ਹ ਦੇ ਵਿੱਚ ਔਰ ਮੋਹਾਲੀ ਦੇ ਵਿੱਚ ਔਰ ਅੰਮ੍ਰਿਤਸਰ ਦੇ ਵਿੱਚ 2 ਇੰਟਰਨੈਸ਼ਨਲ 에ਅਰਪੋਰਟ ਨੇ ਪੰਜਾਬ ਦੇ ਵਿੱਚ। ਉਹਨਾਂ 에ਅਰਪੋਰਟਸ ਦੇ ਉੱਤੇ ਇੰਟਰਨੈਸ਼ਨਲ 에ਅਰਲਾਈਨਸ ਵਾਸਤੇ ਇਹਨਾਂ ਨੇ ਅੱਜ ਤੱਕ ਕੋਈ ਐਫਰਟ ਨਹੀਂ ਕੀਤੇ। ਉਹ ਕਰਨੇ ਚਾਹੀਦੇ ਆ, ਉੱਥੇ 에ਅਰਲਾਈਨ ਵਧਾਉਣੀਆਂ ਚਾਹੀਦੀਆਂ। ਦੂਜਾ ਮੈਂ ਇਹਨਾਂ ਨੂੰ ਯਾਦ ਕਰਾਉਣਾ ਚਾਹੁੰਦਾ ਆਲੂਵਾਲੀਆ ਸਾਹਿਬ ਨੂੰ ਕਿ ਇੱਕ ਮੰਤਰੀ ਤੁਹਾਡਾ ਦਿੱਲੀ ਵੀ ਅੰਦਰ ਆ, ਉਹਨੂੰ ਵੀ ਯਾਦ ਕਰ ਲਿਆ ਕਰੋ ਵਿਚਾਰੇ ਨੂੰ, ਉਹ ਵੀ ਅੰਦਰ ਹੋਇਆ ਹੈ, ਉਹਦੇ ਬਾਰੇ ਤੁਸੀਂ ਗਰੰਟੀਆਂ ਦਿੰਦੇ ਫਿਰਦੇ, ਤੁਹਾਡਾ ਕਨਵੀਨਰ ਵੀ ਗਰੰਟੀਆਂ ਦਿੰਦਾ ਫਿਰਦਾ। ਉਹ ਕਰਪਸ਼ਨ ਦੇ ਚਾਰਜ ਹੀ ਅੰਦਰ ਹੋਇਆ, ਜਿਹਦੇ ਘਰੋਂ 3 ਕਰੋੜ ਰੁਪਏ ਦੇ ਕਰੀਬ ਲੱਭਿਆ ਔਰ ਸੋਨਾ ਵੀ ਲੱਭਿਆ, ਬਾਕੀ ਚੀਜ਼ਾਂ ਵੀ ਲੱਭੀਆਂ ਨੇ, ਜਿਹਦੀ ਹੁਣ ਯਾਦਦਾਸ਼ਤ ਚਲੀ ਗਈ ਹੈ ਕਿਉਂਕਿ ਉਹਦੀ ਇਨਵੈਸਟੀਗੇਸ਼ਨ ਹੋ ਰਹੀ ਤੇ ਯਾਦਦਾਸ਼ਤ ਵਾਪਸ ਨਹੀਂ ਆ ਰਹੀ ਹੈਗੀ। ਤੇ ਤੁਹਾਡੇ ਲੋਕਾਂ ਦੀ ਯਾਦਦਾਸ਼ਤ ਚਲੀ ਗਈ ਹੈ, ਤੁਹਾਨੂੰ ਵੀ ਆਪਣਾ ਮੰਤਰੀ ਯਾਦ ਨਹੀਂ ਰਿਹਾ ਹੁਣ। ਚਲੋ ਮੇਰੇ ਕੋਲ ਸਮਾਂ ਪੂਰਾ ਮੈਨੂੰ ਜਵਾਬ ਲੈਣਾ ਹੋਏਗਾ। ਭੁੱਲਰ ਜੀ ਮੈਂ ਤੁਹਾਡੇ ਕੋਲ ਵਿਚਾਲੇ ਤੁਹਾਨੂੰ ਰੋਕਣਾ ਹੋਏਗਾ। ਆਲੂਵਾਲੀਆ ਜੀ ਸਰ 20 ਸੈਕਿੰਡਸ ਨੇ, ਆਪਣੀ ਗੱਲ ਰੱਖ ਦਿਓ। ਦੇਖੋ ਲੋਕ ਇਹੀ ਜਾਣਨਾ ਚਾਹੁੰਦੇ ਨੇ ਕਿ ਹੁਣ ਤੱਕ ਹੋਇਆ ਕਿਉਂ ਨਹੀਂ ਸੀ, ਕਿ ਜੇ ਚਿੱਠੀਆਂ ਜਾ ਰਹੀਆਂ ਸੀ ਟਰਾਂਸਪੋਰਟ ਸਕੱਤਰ ਦੇ ਪੱਧਰ ਦੇ ਉੱਤੇ ਜਾਂ ਮਿਨਿਸਟਰ ਦੇ ਲੈਵਲ ਦੇ ਉੱਤੇ, ਤਾਂ ਫਿਰ ਕਿਉਂ ਨਹੀਂ ਹੁਣ ਤੱਕ ਹੋਇਆ ਸੀ? ਮੈਂ ਸਾਰਿਆਂ ਦਾ ਅੱਜ ਪੈਨਲਿਸਟ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਨੇ ਕਿਹਾ ਕਿ ਜੋ ਵੈਲਕਮ ਸਟੈਪ ਹੈ, ਇੱਕ ਚੰਗਾ ਸਟੈਪ ਹੈਗਾ, ਇਹ ਵੈਲਕਮ ਕਰਦੇ ਆ, ਮੈਂ ਧੰਨਵਾਦ ਕਰਦਾ ਇਹਨਾਂ ਦਾ। ਦੂਜੀ ਗੱਲ ਜਿਹੜੀ ਹੈਗੀ ਹੈ, ਪੋਲੀਟੀਕਲ ਵਿਲ ਨਹੀਂ ਸੀਗੀ, ਪੋਲੀਟੀਸ਼ੀਅਨਸ ਚਾਹੁੰਦੇ ਨਹੀਂ ਸੀਗੇ ਕਿ ਇਹ ਕੰਮ ਹੋਏ, ਤਾਂ ਕਿ ਉਹਨਾਂ ਦਾ ਮਾਫੀਆ ਜਿਹੜਾ ਸੀ ਉਹਨਾਂ ਨਾਲ ਉਹਨਾਂ ਦੇ ਰਿਸ਼ਤੇ ਸੀਗੇ, ਇਹੋ ਜਿਹਾ ਸਿਸਟਮ ਸੀਗਾ। ਅੱਜ ਕੇਜਰੀਵਾਲ ਸਾਹਿਬ ਬੜੀ ਕਲੀਅਰਲੀ ਕਹਿ ਕੇ ਗਏ ਅਫਸਰ ਹੋਈ ਨੇ, ਪਰ ਪੋਲੀਟੀਕਲ ਵਿਲ ਚੇਂਜ ਹੋ ਗਈ ਹੈ, ਸਾਡਾ ਮੁੱਖ ਮੰਤਰੀ ਚੇਂਜ ਹੋ ਗਿਆ, ਇਸ ਕਰਕੇ ਸਿਸਟਮ ਹੋਇਆ। ਅਸੀਂ ਆਉਣ ਵਾਲੇ ਟਾਈਮ 'ਚ ਜਿਹੜੀ ਇਹਨਾਂ ਦੀ ਹੋਰ ਡਿਮਾਂਡਸ ਵੀ ਨੇ, ਅਸੀਂ ਮੰਨਦੇ ਹਾਂ ਕਿ 에ਅਰਪੋਰਟਸ ਦੇ ਉੱਤੇ ਜਹਾਜ਼ ਚਾਹੀਦੇ ਨੇ, ਸਾਰਾ ਕੁਝ ਚਾਹੀਦਾ। ਉਹਦੇ ਅੰਦਰ ਅਰਵਿੰਦ ਕੇਜਰੀਵਾਲ ਜੀ ਨੇ ਯੂਕੇ ਨਾਲ ਆਲਰੇਡੀ ਗੱਲਬਾਤ ਹੋ ਗਈ ਹੈ ਔਰ ਉਸ 'ਚ ਅਸੀਂ ਕਰ ਰਹੇ ਹਾਂ, ਸੈਂਟਰ ਦੀ ਪਰਮਿਸ਼ਨ ਆਲਰੇਡੀ ਅਪਲਾਈ ਕਰਤੀ ਹੈ, ਉਸ ਦੇ ਉੱਤੇ ਕੰਮ ਚੱਲ ਰਿਹਾ ਹੈ। ਬਲੀਵ ਕਰਿਓ 2.5 ਮਹੀਨੇ 'ਚ, ਕਦੀ ਕਹਿੰਦੇ ਨੇ ਬਹੁਤ ਘੱਟ ਟਾਈਮ 'ਚ ਕਰਤਾ ਸਬ ਸਟੈਂਡਰਡ ਬੱਸਾਂ ਨੇ, ਕਦੀ ਕਹਿੰਦੇ ਇਹ ਕੋਈ ਵੱਡਾ ਸਟੈਪ ਨਹੀਂ ਹੈ। ਇਹ ਦੋਨੋਂ ਪਾਸੇ ਦੀ ਪੋਲੀਟੀਕਲ ਠੀਕ ਹੈ, ਦੇਖੋ ਸਿਆਸਤ ਤਾਂ ਹੁੰਦੀ ਰਹੇਗੀ। ਚਲੋ ਸ਼ੁਕਰੀਆ, ਮੈਨੂੰ ਬਚਾ ਕੇ ਰੋਕਣਾ ਪੈ ਰਿਹਾ ਹੈ। ਇਹ ਆਊਟਰਾਈਟ ਇੱਕ ਪ੍ਰੋਪਗੈਂਡਿਸਟ ਸਟੇਟਮੈਂਟ ਬਣਾਈ ਹੈ, ਇਹਨੂੰ ਅਸੀਂ ਰਿਜੈਕਟ ਕਰਨੇ ਆ। ਠੀਕ ਹੈ ਸਰ, ਪੋਲੀਟੀਕਲ ਵਿਲ ਨਹੀਂ ਹੈ, ਇਹਨਾਂ ਨੇ ਬੰਦ ਕੀਤਾ ਸੀਗਾ ਜੀ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਇਸ ਪੂਰੇ ਮਾਮਲੇ ਦੇ ਵਿੱਚ 2 ਚੀਜ਼ਾਂ ਦਾ ਬਹੁਤ ਕਲੀਅਰ ਨਿਕਲ ਕੇ ਆਉਂਦੀਆਂ ਨੇ। ਪਹਿਲੀ ਕਿ ਜੇ ਬੱਸਾਂ ਸਿੱਧੀਆਂ 에ਅਰਪੋਰਟ ਨੂੰ ਜਾ ਰਹੀਆਂ ਨੇ ਤਾਂ ਫਿਰ ਉਸ ਦਾ ਪੰਜਾਬੀਆਂ ਨੂੰ ਫਾਇਦਾ ਹੋਏਗਾ, ਕਿ ਜਿਸ ਨੇ 에ਅਰਪੋਰਟ ਜਾਣਾ ਹੈ, ਕਿਸੇ ਨੂੰ ਲੈਣ ਜਾਣਾ ਹੈ ਜਾਂ ਕਿਸੇ ਨੂੰ ਛੱਡਣ ਜਾਣਾ ਹੈ, ਔਰ ਜੇ ਇੱਕ ਟੈਕਸੀ ਜਾਂ ਜਿਹੜੀ ਆਪਾਂ ਸਰਵਿਸ ਲੈਂਦੇ ਆ ਉਹ 3000 4000 5000 ਲੱਗ ਰਹੀ ਸੀ, ਜੋ 1200-1300 ਰੁਪਏ ਦੇ ਵਿੱਚ ਹੋ ਰਿਹਾ, ਤਾਂ ਫਾਇਦਾ ਹੈ, ਉਹ ਕਲੀਅਰ ਹੈ, ਉਸ ਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਦੂਜਾ ਸਵਾਲ ਇਹੀ ਹੈ ਕਿ ਆਖਿਰ ਇੰਨੀ ਦੇਰ ਕਿਉਂ ਹੋ ਗਈ? ਕਿ ਵਾਕਈ ਅੱਜ ਤੋਂ 2-3-4 ਸਾਲ ਪਹਿਲਾਂ ਇਹ ਸਰਵਿਸ ਸ਼ੁਰੂ ਹੋ ਜਾਣੀ ਚਾਹੀਦੀ ਸੀ। ਜਿਹੜੇ ਲੋਕਾਂ ਨੂੰ ਹੁਣ ਤੱਕ ਦਿੱਕਤਾਂ ਆਈਆਂ ਉਹ ਨਾ ਆਉਂਦੀਆਂ। ਖੈਰ ਦੇਰ ਆਏ ਦੁਰਸਤ ਆਏ, ਪਰ ਇਸ ਦੇ ਨਾਲ ਉਮੀਦ ਇਹ ਵੀ ਕਰਾਂਗੇ ਕਿ ਪੰਜਾਬ ਦੇ ਜਿਹੜੇ ਇੰਟਰਨੈਸ਼ਨਲ 에ਅਰਪੋਰਟ ਨੇ, ਉੱਥੇ ਤੋਂ ਹੀ ਸਿੱਧਾ ਟੋਰਾਂਟੋ ਨੂੰ, ਉੱਥੋਂ ਹੀ ਸਿੱਧਾ ਸਿਡਨੀ ਨੂੰ, ਉੱਥੋਂ ਹੀ ਸਿੱਧਾ ਨਿਊਯਾਰਕ ਨੂੰ ਉਡਾਨਾਂ ਭਰੀਆਂ ਜਾਣ, ਉੱਥੋਂ ਹੀ ਜਹਾਜ਼ ਜਾਣ, ਤਾਂ ਕਿ ਸਾਨੂੰ ਦਿੱਲੀ 에ਅਰਪੋਰਟ ਵੀ ਜਾਣਾ ਨਾ ਪਵੇ। ਪ੍ਰਾਈਮ ਟਾਈਮ 'ਚ ਅੱਜ ਦੇ ਲਈ